ਪਰਵੇਜ਼ ਸੰਧੂ ਦਾ ਅਗਲਾ ਮਾਂ ਬਾਰੇ ਲੇਖ ਹੈ ਮਾਂ ਦੇ ਸੁਪਨੇ। ਮੇਰੀ ਡਾਇਰੀ ਦੇ ਪੰਨਿਆਂ ਤੇ ਲਿਖੇ ਸ਼ਬਦਾਂ 'ਚੋਂ ਮੈਨੂੰ ਆਪਣੀ ਮਾਂ ਦੇ ਨਕਸ਼ ਨਜ਼ਰ ਆਉਂਦੇ ਨੇ। ਨਿੱਕੇ ਜਿਹੇ ਕੱਦ ਵਾਲੀ ਮੇਰੀ ਮਾਂ ਮੇਰੇ ਅੱਖਰਾਂ ਜਿਹੀ, ਕਦੇ ਸ਼ਾਂਤ ਚੁੱਪ ਚੁਪੇਤੀ ਡਰੂ ਜਿਹੀ ਤੇ ਕਦੇ ਬੇਵਸ ਉੱਡਣ ਨੂੰ ਕਰਦੀ, ਖੰਭਾਂ ਬਿਨ ਪਰਿੰਦਿਆਂ ਵਾਂਗ ਅਸ਼ਾਂਤ ਬੇਚੈਨ, ਤੇ ਕਦੇ ਕੋਰੇ ਸਫ਼ਿਆਂ ਉੱਪਰ ਉਲੀਕੇ ਅੱਖਰਾਂ ਵਿੱਚੋਂ ਮਾਂ ਸੂਖਮ ਜਿਹੀ ਕਹਾਣੀ ਬਣ ਮੇਰੇ ਮੂਹਰੇ ਆ ਬਹਿੰਦੀ ਹੈ। ਨਹੀਂ, ਇਹ ਕਹਾਣੀ ਨਹੀਂ ਹੈ। ਇਹ ਮੇਰੀ ਮਾਂ ਦੀਆਂ ਭਾਵਨਾਵਾਂ ਦੀ ਨਿੱਕੀ ਜਿਹੀ ਇੱਕ ਪੋਟਲੀ ਹੈ ਜੋ ਮੇਰੀ ਰੂਹ ਦੀਆਂ ਤਹਿਆਂ ਥੱਲੇ ਕਿਧਰੇ ਦੱਬੀ ਪਈ ਹੈ। ਨਾ ਚਾਹੁੰਦਿਆਂ ਵੀ ਮੈਂ ਕਦੀ ਨਾ ਕਦੀ ਇਹਨੂੰ ਫਰੋਲ ਕੇ ਬਹਿ ਜਾਂਦੀ ਹਾਂ। ਮਾਂ ਦੇ ਕੁਝ ਹੌਕੇ, ਕੁਝ ਬੇਵਸੀਆਂ, ਕੁਝ ਮੇਰੀਆਂ ਮਜਬੂਰੀਆਂ ਇਸ ਪੋਟਲੀ 'ਚ ਬੰਦ ਨੇ। 80 ਨੂੰ ਟੱਪ ਚੁੱਕੀ ਮੇਰੀ ਮਾਂ ਕੈਨੇਡਾ ਦੇ ਵਧੀਆ ਸ਼ਹਿਰ ਸਰੀ 'ਚ ਬੈਠੀ ਹੈ। ਆਪਣੇ ਪੁੱਤ ਨੂੰ, ਪੋਤੇ ਪੋਤੀਆਂ ਦੇ ਨਵੇਂ ਜਨਮੇ ਪੜਪੋਤੇ ਪੜਪੋਤੀ ਤੇ ਪੜਦੋਤੀ ਦੀਆਂ ਸਿਫਤਾਂ ਕਰਦੀ ਖੁਸ਼ ਜਾਪਦੀ ਹੈ। ਮੇਰੀ ਮਾਂ ਦੇ ਆਖਰੀ ਦਿਨ ਚੰਗੇ ਬੀਤ ਰਹੇ ਨੇ। ਉਹਦਾ ਬੁਢਾਪਾ ਇਹਨਾਂ ਦੇਸਾਂ 'ਚ ਰੁਲਦੇ ਫਿਰਦੇ ਬਜ਼ੁਰਗਾਂ ਵਾਲਾ ਨਹੀਂ ਹੈ। ਨੂੰਹ ਪੁੱਤ ਦੇ ਬਣਾਏ ਆਲੀਸ਼ਾਨ ਮਕਾਨ ਦੀ ਪਹਿਲੀ ਫਲੋਰ ਦੇ ਸੋਹਣੇ ਬੈਡਰੂਮ 'ਚ ਚਿੱਟੀ ਚਾਦਰ ਵਾਲੇ ਬਿਸਤਰੇ 'ਚ ਬੈਠੀ ਮੇਰੀ ਮਾਂ ਜ਼ਿੰਦਗੀ ਦੇ ਆਖਰੀ ਦਿਨਾਂ ਦੀ ਉਡੀਕ ਕਰ ਰਹੀ ਹੈ, ਜਿੱਥੇ ਉਹਦੇ ਨੂੰਹ ਪੁੱਤ ਵੱਲੋਂ ਉਹਨੂੰ ਹਰ ਆਰਾਮ ਵਾਲੀ ਚੀਜ਼ ਦਿੱਤੀ ਜਾ ਰਹੀ ਹੈ। ਇੱਕੋ ਇੱਕ ਪੁੱਤ, ਉਹ ਵੀ ਨੇਕ ਤੇ ਬੈਠੀ ਬਿਠਾਈ ਨੂੰ ਨੂੰਹ ਵੱਲੋਂ ਪੱਕੀ ਰੋਟੀ ਮਿਲਦੀ ਹੈ ਤੇ ਇਸ ਉਮਰੇ ਹੋਰ ਚਾਹੀਦਾ ਵੀ ਕੀ ਹੈ। ਇਹ ਗੱਲ ਮੈਂ ਅਕਸਰ ਸੋਚਦੀ ਹਾਂ। ਮਾਂ ਨੂੰ ਅੱਖਾਂ ਤੋਂ ਬਹੁਤ ਥੋੜ੍ਹਾ ਦਿਸਦਾ ਹੈ। ਡਾਕਟਰ ਨੇ ਕਈ ਸਾਲ ਪਹਿਲਾਂ ਲੀਗਲੀ ਬਲਾਈਂਡ ਦਾ ਸਰਟੀਫਿਕੇਟ ਦੇ ਦਿੱਤਾ। ਸ਼ੂਗਰ ਦੀ ਬਿਮਾਰੀ ਚਿੰਬੜੀ ਨੂੰ ਖਬਰੇ ਕਿੰਨੇ ਸਾਲ ਹੋ ਗਏ ਨੇ। ਦਵਾਈਆਂ ਤੇ ਟੀਕਿਆਂ ਨਾਲ ਵਾਕਰ ਨੂੰ ਰੋੜੀ ਫਿਰਦੀ ਮਾਂ ਦੀ ਯਾਦਦਾਸ਼ਤ ਅਜੇ ਵੀ ਜਵਾਨਾਂ ਨੂੰ ਮਾਤ ਪਾ ਦਿੰਦੀ ਹੈ। ਉਹ ਗੱਲਾਂ ਜਿਹੜੀਆਂ ਸਾਨੂੰ ਵੀ ਯਾਦ ਨਹੀਂ, ਤੇ ਉਹ ਚੇਤੇ ਜਿਹੜੇ ਮਾਂ ਨੇ ਬਚਪਨ ਤੋਂ ਲੈ ਕੇ ਅੱਜ ਤੱਕ ਗੰਢ ਬੰਨ੍ਹ ਕੇ ਸੀਨੇ 'ਚ ਤਾੜੇ ਹੋਏ ਨੇ, ਉਹਨਾਂ ਚੇਤਿਆਂ ਨੂੰ ਕਹਾਣੀਆਂ ਬਣਾ ਕੇ ਦੱਸਦੀ ਮਾਂ ਤੁਰੀ ਫਿਰਦੀ ਹਿਸਟਰੀ ਦੀ ਕਿਤਾਬ ਜਾਪਦੀ ਹੈ। ਅਜੇ ਵੀ ਵਿਆਹ ਸ਼ਾਦੀ ਹੋਏ ਤਾਂ ਮਾਂ ਨੂੰ ਸਿੱਠਣੀਆਂ ਦੇਣ ਦਾ ਸੱਦਾ ਆ ਜਾਂਦਾ ਹੈ। ਸਾਹੋ ਸਾਹ ਹੋਈ ਮਾਂ ਆਪਣੀ ਪਟਿਆਲਾ ਸਲਵਾਰ ਸਾਂਭਦੀ ਹਰ ਵਿਆਹ ਸ਼ਾਦੀ ਤੇ ਮੰਗਣੇ ਦਾ ਹਿੱਸਾ ਬਣ ਕੇ ਗਾਉਂਦੀ ਖੁਸ਼ ਨਜ਼ਰ ਆਉਂਦੀ ਹੈ। ਤੇ ਮੇਰਾ ਬਾਪੂ ਖਬਰੇ ਸਾਰੀ ਉਮਰ ਇੱਕ ਚੰਗਾ ਪਤੀ ਬਣ ਸਕਿਆ ਜਾਂ ਨਹੀਂ, ਪਰ ਅੱਜ ਉਹਨਾਂ ਦੀ ਜ਼ਿੰਦਗੀ ਸਿਰਫ ਤੇ ਸਿਰਫ ਮੇਰੀ ਮਾਂ ਦੁਆਲੇ ਘੁੰਮਦੀ ਹੈ। ਮਾਂ ਨੇ ਸਵੇਰ ਤੋਂ ਲੈ ਕੇ ਕੀ ਖਾਣਾ ਹੈ, ਕਿਹੜੀ ਦਵਾਈ ਕਿੰਨੇ ਵਜੇ ਲੈਣੀ ਹੈ, ਮੈਨੂੰ ਅੱਜ ਕੱਲ੍ਹ ਆਪਣੇ ਬਾਪੂ 'ਚੋਂ ਬਣੀ ਤਣੀ ਨਰਸ ਦਾ ਝੌਲਾ ਪੈਂਦਾ ਹੈ। ਚੰਗਾ ਘਰ ਵਾਲਾ, ਚੰਗੇ ਨੂੰਹ ਪੁੱਤ, ਹੋਰ ਭਲਾ ਮਾਂ ਨੂੰ ਚਾਹੀਦਾ ਵੀ ਕੀ ਹੈ, ਮੈਂ ਸੋਚਦੀ ਰਹਿੰਦੀ ਹਾਂ। ਪਰ ਇੰਨਾ ਕੁਝ ਹੁੰਦਿਆਂ ਸੁਣਦਿਆਂ ਵੀ ਮੇਰੀ ਮਾਂ ਅਕਸਰ ਉਦਾਸ ਹੋ ਜਾਂਦੀ ਹੈ। ਕਦੀ ਕਦੀ ਗੱਲ ਕਰਦਿਆਂ ਮੇਰੀ ਮਾਂ ਦੇ ਧੁਰ ਅੰਦਰੋਂ ਇੱਕ ਹੌਕਾ ਨਿਕਲਦਾ ਹੈ ਜੋ ਮੇਰੀ ਰੂਹ ਦੀਆਂ ਪਰਤਾਂ ਨੂੰ ਖੁਰਚ ਕੇ ਕਿਧਰੇ ਉੱਡ ਜਾਂਦਾ ਹੈ। ਮਾਂ, ਤੁਸੀਂ ਠੀਕ ਵੀ ਹੋ? ਮੈਂ ਝਿਜਕਦਿਆਂ ਪੁੱਛਦੀ ਹਾਂ। ਮੈਨੂੰ ਪਤਾ ਵੀ ਆ ਕਿ ਮੰਮੀ ਨੇ ਕੀ ਕਹਿਣਾ, ਕੀ ਪੁੱਛਣਾ। ਠੀਕ ਤਾਂ, ਪਰ ਕਈ ਵਾਰ ਪਿੰਡ ਬਹੁਤ ਹੀ ਚੇਤੇ ਆਉਂਦਾ ਹੈ। ਪਰ ਮਾਂ, ਸਾਰੇ ਇੱਥੇ ਆ, ਤੁਸੀਂ ਫੇਰ ਕਿਉਂ ਉਦਾਸ ਹੁੰਦੇ ਹੋ? ਮੈਂ ਹਰ ਵਾਰੀ ਇੱਕ ਹੀ ਗੱਲ ਕਹਿੰਦੀ ਹਾਂ। ਭੈਣਾਂ ਭਰਾਵਾਂ ਵਿੱਚੋਂ ਮੈਂ ਇਕੱਲੀ ਕੈਲੀਫੋਰਨੀਆ 'ਚ, ਬਾਕੀ ਸਭ ਮੰਮੀ ਦੇ ਨੇੜੇ ਤੇੜੇ ਵਸਦੇ ਨੇ। ਫੇਰ ਵੀ ਮਾਂ ਨੂੰ ਪਿੰਡ ਯਾਦ ਆਉਂਦਾ ਹੈ। ਮਾਂ 14 ਵਰ੍ਹਿਆਂ ਦੀ ਸੀ ਜਦੋਂ ਵਿਆਹੀ ਆਈ ਸੀ। 16 ਸਾਲਾਂ 'ਚ ਮੁਕਲਾਵਾ ਆਇਆ। ਇਹ ਸਭ ਕੁਝ ਮੇਰੀ ਮਾਂ ਬੀਤੇ ਕੱਲ੍ਹ ਵਾਂਗ ਦੱਸਦੀ ਹੈ। ਮੇਰੇ ਮਾਮੇ ਨੇ ਦੇਸੀ ਘਿਓ ਦੇ ਪੀਪੇ ਰੋੜ ਦਿੱਤੇ ਸੀ ਮੇਰੇ ਵਿਆਹ 'ਤੇ। ਮੇਰੀ ਮਾਂ ਮਾਣ ਨਾਲ ਲੰਬੜਦਾਰ ਮਾਮੇ ਦੀਆਂ ਗੱਲਾਂ ਦੱਸਦੀ ਹੈ। ਮੇਰੀ ਮਾਂ ਨਾਨਕੇ ਘਰ ਪਲੀ ਵੱਡੀ ਹੋਈ ਸੀ। ਮਾਂ ਦੇ ਮਾਮੇ ਦੇ ਘਰ ਕੋਈ ਬੱਚਾ ਨਹੀਂ ਸੀ। ਮਾਂ ਨੂੰ ਮਾਮੇ ਨੇ ਗੋਦ ਲੈ ਲਿਆ ਸੀ। ਉਸ ਤੋਂ ਬਾਅਦ ਮਾਮੇ ਦੇ ਘਰ ਸੁੱਖ ਨਾਲ 3 ਮੁੰਡੇ ਤੇ 2 ਧੀਆਂ ਜੰਮੀਆਂ ਸੀ। ਮੇਰੀ ਮਾਂ ਦੀ ਮਾਮੀ ਨੂੰ ਜਾਪਦਾ ਸੀ ਕਿ ਮੇਰੀ ਮਾਂ ਬਹੁਤ ਭਾਗਾਂ ਵਾਲੀ ਹੈ। ਇਸੇ ਕਰਕੇ ਮਾਂ ਦੇ ਮਾਮਾ ਮਾਮੀ ਉਹਨੂੰ ਬਹੁਤ ਪਿਆਰ ਕਰਦੇ ਸੀ। ਮੇਰੀ ਮਾਂ ਨੂੰ ਅੱਜ ਵੀ ਬਚਪਨ ਦੀਆਂ ਯਾਦਾਂ ਬੀਤ ਚੁੱਕੇ ਪਲ ਵਾਂਗ ਚੇਤੇ ਨੇ। ਮੇਰੀ ਮਾਂ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ ਨਹੀਂ ਹੈ। ਮਸਾਂ 5 ਫੁੱਟ ਲੰਬੀ, ਸਾਂਵਲਾ ਰੰਗ, ਕੋਰੀ ਅਨਪੜ੍ਹ, ਜਿਵੇਂ ਪੇਂਡੂ ਮਾਵਾਂ ਹੁੰਦੀਆਂ ਹੀ ਨੇ। ਕੱਚੇ ਵਿਹੜੇ 'ਚ ਸਵਾਹ ਸੁੱਟ ਕੇ ਊੜਾ ਐੜਾ ਸਿੱਖੀ। ਮੇਰੀ ਮਾਂ ਅੱਜ ਕੱਲ੍ਹ ਕਿੰਨੇ ਸਾਰੇ ਅੰਗਰੇਜ਼ੀ ਦੇ ਸ਼ਬਦ ਵੀ ਬੋਲ ਲੈਂਦੀ ਹੈ। ਅਸੀਂ ਸਾਰੀਆਂ ਕੁੜੀਆਂ ਪਿੰਡ ਦੇ ਸ਼ਿਵ ਦੁਆਲੇ 'ਚ ਪੜ੍ਹਨ ਜਾਇਆ ਕਰਦੀਆਂ ਸੀ। ਜਿੰਨਾ ਕੁ ਵੀ ਸਿੱਖਿਆ ਬਸ ਉੱਥੋਂ ਹੀ ਸਿੱਖਿਆ, ਤੇ ਮੁੜ ਇਸ ਘਰ ਵਿਆਹੀ ਆਈ ਤੇ ਇੱਥੇ ਸਭ ਪੜ੍ਹੇ ਲਿਖੇ ਸੀ। ਮਾਂ ਦਾ ਵਿਆਹ ਬਹੁਤ ਧੂਮ-ਧਾਮ ਨਾਲ ਹੋਇਆ ਸੀ। ਪਹਿਲਾ ਵਿਆਹ ਸੀ ਮੇਰੀ ਮਾਂ ਦੇ ਪਿੰਡ, ਜਿਹਦੀ ਬਰਾਤ ਬੱਸ 'ਚ ਵਿਆਹੁਣ ਆਈ ਸੀ। ਬੱਸ ਦੀਆਂ ਪਹਿਲੀਆਂ 2 ਸੀਟਾਂ ਤੇ ਪਰਦਾ ਲੱਗਾ ਸੀ, ਜਿਸ 'ਚ ਮੈਨੂੰ ਬਿਠਾਇਆ ਗਿਆ ਸੀ। ਜਦੋਂ ਮੈਂ ਵਿਆਹੀ ਆਈ ਤੇ ਮੈਂ ਦੇਖਿਆ ਮੇਰੇ ਸਹੁਰੇ ਘਰ ਉਹ ਗਾਉਣ ਵਾਲਾ ਡੱਬਾ ਵੀ ਸੀ। ਬਾਅਦ 'ਚ ਪਤਾ ਲੱਗਾ ਉਸ ਡੱਬੇ ਨੂੰ ਰੇਡੀਓ ਕਹਿੰਦੇ ਨੇ।
ਮੇਰੀ ਮਾਂ ਬਹੁਤ ਭੋਲੇਪਨ 'ਚ ਬਚਪਨ ਦੀਆਂ ਗੱਲਾਂ ਦੱਸਦੀ ਹੈ। ਮੇਰੀ ਮਾਂ ਸਧਾਰਨ ਘਰ ਤੋਂ ਆ ਕੇ ਅਜਿਹੇ ਘਰ 'ਚ ਆ ਗਈ ਸੀ ਜਿੱਥੇ ਸਵੇਰੇ ਉੱਠ ਕੇ ਹਾਰਮੋਨੀਅਮ ਤੇ ਰਿਆਜ਼ ਹੁੰਦਾ ਸੀ। ਕਲਾਸੀਕਲ ਮਿਊਜ਼ਿਕ ਨੂੰ ਸਾਰਾ ਟੱਬਰ ਬਹਿ ਕੇ ਸੁਣਦਾ। ਜਿੱਥੇ ਨੂੰਹਾਂ ਪਰਦਾ ਨਹੀਂ ਸੀ ਕਰਦੀਆਂ, ਮੇਰੀ ਮਾਂ ਨੇ ਕਦੀ ਸਾੜੀ ਨਹੀਂ ਸੀ ਦੇਖੀ ਤੇ ਪਹਿਲੀ ਵਾਰ ਮੈਨੂੰ ਸਾੜੀ ਪਾਉਣ ਲਈ ਕਿਹਾ ਤੇ ਮੈਂ ਪੁੱਠੀ ਸਾੜੀ ਪਾ ਕੇ ਆ ਗਈ। ਮੇਰੀ ਮਾਂ ਹੱਸ ਕੇ ਦੂਰੀ ਹੁੰਦੀ ਇਹ ਗੱਲ ਦੱਸਦੀ। ਮੇਰੀ ਮਾਂ ਕੋਲ ਅਜਿਹੀਆਂ ਯਾਦਾਂ ਦਾ ਭੰਡਾਰਾ ਭਰਿਆ ਪਿਆ ਹੈ। ਜੇ ਲਿਖਣ ਬੈਠਾਂ ਤਾਂ ਮੈਂ ਪੂਰੀ ਕਿਤਾਬ ਲਿਖ ਦੇਵਾਂ। ਪਰ ਮੈਂ ਅੱਜ ਸਿਰਫ ਆਪਣੀ ਹੋਣ ਵਾਲੀ ਮਾਂ ਬਾਰੇ ਲਿਖਣਾ ਚਾਹੁੰਦੀ ਹਾਂ, ਜਿਹੜੀ ਕੈਨੇਡਾ ਦੀ ਧਰਤੀ ਤੇ ਬੈਠੀ ਇੱਕ ਨਾ ਪੂਰੇ ਹੋਣ ਵਾਲੇ ਸੁਪਨੇ ਨੂੰ ਨਿੱਤ ਦੇਖਦੀ ਹੈ ਤੇ ਉਦਾਸ ਹੋ ਜਾਂਦੀ ਹੈ। ਮਾਂ ਨੇ ਸਹੁਰੇ ਘਰ ਆ ਕੇ ਬਹੁਤ ਕੁਝ ਦੇਖਿਆ ਜਿਹਦਾ ਕਦੀ ਉਸ ਸੁਪਨਾ ਵੀ ਨਹੀਂ ਸੀ ਲਿਆ। ਨਿੱਕੇ ਜਿਹੇ ਪਿੰਡ 'ਚੋਂ ਉੱਠ ਕੇ ਆਈ ਮੇਰੀ ਮਾਂ ਨੇ ਗੁਜਰਾਤ, ਮਦਰਾਸ ਤੇ ਖਬਰੇ ਕਿਹੜੇ-ਕਿਹੜੇ ਸ਼ਹਿਰਾਂ ਨੂੰ ਦੇਖਿਆ ਤੇ ਉੱਥੋਂ ਦੀਆਂ ਯਾਦਾਂ ਅੱਜ ਵੀ ਮੇਰੀ ਮਾਂ ਦੀ ਝੋਲੀ 'ਚ ਨੇ, ਜਿਨ੍ਹਾਂ ਨੂੰ ਚੇਤੇ ਕਰਦਿਆਂ ਮਾਂ ਦੀਆਂ ਅੱਖਾਂ ਅੱਜ ਵੀ ਲਿਸ਼ਕ ਜਾਂਦੀਆਂ ਨੇ। ਮੇਰੇ ਬਾਬਾ ਜੀ ਮਾਈਨ ਇੰਜੀਨੀਅਰ ਦੀ ਪੋਸਟ ਤੇ ਜੌਬ ਕਰਦੇ ਸੀ ਤੇ ਜਿੱਥੇ ਵੀ ਜਾਂਦੇ ਸਾਰਾ ਟੱਬਰ ਨਾਲ ਜਾਂਦਾ ਤੇ ਮੇਰੀ ਮਾਂ ਨੇ ਜ਼ਿੰਦਗੀ ਦੇ ਪਹਿਲੇ ਸਾਲਾਂ 'ਚ ਬਹੁਤ ਕੁਝ ਇਕੱਠਾ ਕਰਕੇ ਆਪਣੇ ਚੇਤਿਆਂ 'ਚ ਵਸਾ ਕੇ ਅੱਜ ਵੀ ਰੱਖਿਆ ਹੋਇਆ ਹੈ। ਪਰ ਉਹਨਾਂ ਚੇਤਿਆਂ ਦੇ ਨਾਲ-ਨਾਲ ਮੇਰੀ ਮਾਂ ਨੇ ਬਹੁਤ ਸੰਘਰਸ਼ ਵੀ ਕੀਤਾ। ਉਸ ਘਰ ਦੀਆਂ ਕੰਧਾਂ ਮੇਰੀ ਮਾਂ ਦੇ ਨਿੱਕੇ ਜਿਹੇ ਕੱਦ ਤੋਂ ਸਦਾ ਹੀ ਉੱਚੀਆਂ ਰਹੀਆਂ ਨੇ। ਉਹਨਾਂ ਕੰਧਾਂ ਨੇ ਮੇਰੀ ਮਾਂ ਨਾਲ ਕਦੇ ਇਨਸਾਫ ਨਹੀਂ ਕੀਤਾ। ਮੈਂ ਪਹਿਲਾਂ ਵੀ ਕਿਹਾ ਕਿ ਮੇਰੀ ਮਾਂ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ ਨਹੀਂ ਹੈ, ਪਰ ਦੁਨੀਆ ਦੀ ਸਭ ਤੋਂ ਖੂਬਸੂਰਤ ਇਨਸਾਨ ਹੈ। ਮੇਰੀ ਮਾਂ ਨੇ ਲੋਕਾਂ ਦੀਆਂ ਕੀਤੀਆਂ ਵਧੀਕੀਆਂ ਨੂੰ ਸਦਾ ਇੱਕ ਚੰਗੇ ਨਜ਼ਰੀਏ ਨਾਲ ਦੇਖਣ ਦੀ ਕੋਸ਼ਿਸ਼ ਕੀਤੀ ਹੈ। ਦੂਸਰੇ ਦੀਆਂ ਚੰਗਿਆਈਆਂ ਦੇਖਣ ਦੀ ਕੋਸ਼ਿਸ਼ ਕੀਤੀ ਹੈ। ਸ਼ੁਰੂ ਤੋਂ ਹੀ ਮੇਰੀ ਮਾਂ ਨੂੰ ਨੱਚਣ ਗਾਉਣ ਦਾ ਬਹੁਤ ਸ਼ੌਕ ਸੀ। ਮਾਂ ਤੇ ਮਾਂ ਦੀਆਂ ਸਹੇਲੀਆਂ ਇਕੱਠੀਆਂ ਹੋ ਕੇ ਗਿੱਧੇ 'ਚ ਧੂੜ ਪੱਟ ਦਿੰਦੀਆਂ। ਮੇਰੀ ਮਾਂ ਘਰ ਦੀਆਂ ਤੰਗੀਆਂ ਤੁਰਸ਼ੀਆਂ ਭੁੱਲ ਕੇ ਢੋਲਕੀ ਦੀ ਤਾਲ ਨਾਲ ਆਪ ਗੀਤ ਗਾਉਂਦੀ ਤੇ ਨੱਚਦੀ। ਪਿੰਡ ਦੇ ਲੋਕ ਮਾਂ ਦੇ ਗਰੁੱਪ ਨੂੰ ਖਾਸ ਗਿੱਧੇ ਤੇ ਸੱਦਾ ਦੇਣ ਆਉਂਦੇ। ਸ਼ਾਇਦ ਮੇਰੀ ਮਾਂ ਜ਼ਿੰਦਗੀ ਦੀਆਂ ਠੋਕਰਾਂ ਨੂੰ 2 ਪਲ ਦੀਆਂ ਖੁਸ਼ੀਆਂ 'ਚ ਬਦਲਣਾ ਜਾਣਦੀ ਸੀ ਤੇ ਮਾਂ ਨੂੰ ਸੋਹਣੇ ਕੱਪੜੇ ਪਾਉਣ ਦਾ ਬਹੁਤ ਸ਼ੌਕ ਸੀ, ਜੋ ਅੱਜ ਵੀ 80 ਨੂੰ ਟੱਪਣ ਤੋਂ ਬਾਅਦ ਵੀ ਇੰਨੇ ਵਰ੍ਹਿਆਂ ਬਾਅਦ ਜਿਉਂਦਾ ਹੈ। ਮੇਰੀ ਮਾਂ ਅੱਜ ਵੀ ਵਿਆਹਾਂ ਸ਼ਾਦੀਆਂ 'ਚ ਖੁਸ਼ ਰਹਿੰਦੀ ਹੈ। ਅੱਜ ਮਾਂ ਤੋਂ ਤੁਰਿਆ ਨਹੀਂ ਜਾਂਦਾ, ਫੇਰ ਵੀ ਸਿੱਠਣੀਆਂ ਤੇ ਬੋਲੀਆਂ ਪਾ ਕੇ ਗਿੱਧੇ ਦੀ ਰੌਣਕ ਦਾ ਹਿੱਸਾ ਬਣ ਜਾਂਦੀ ਹੈ। ਅੱਜ ਮਾਂ ਦੇ ਚਿਹਰੇ ਦੀਆਂ ਝੁਰੜੀਆਂ 'ਚ ਇੱਕ ਝੋਰਾ ਵਸਦਾ ਹੈ, ਜੋ ਮਾਂ ਦੇ ਬੋਲਾਂ ਤੇ ਸਾਹਾਂ 'ਚ 24 ਘੰਟੇ ਰੜਕਦਾ ਹੈ। ਮੇਰੀ ਮਾਂ ਨੂੰ ਪਿੰਡ ਬਹੁਤ ਚੇਤੇ ਆਉਂਦਾ ਹੈ। ਵੈਸੇ ਤਾਂ ਅਸੀਂ ਸਾਰੇ ਪਰਦੇਸੀ ਕਿਸੇ ਨਾ ਕਿਸੇ ਵਕਤ ਆਪਣੀ ਮਿੱਟੀ ਨੂੰ ਚੇਤੇ ਕਰਦੇ ਹਾਂ। ਆਪਣੇ ਵਤਨ ਦੀ ਯਾਦ ਸਾਨੂੰ ਰਵਾਉਂਦੀ ਹੈ। ਪਿੰਡ ਚੇਤੇ ਆਉਂਦਾ ਹੈ। ਪਿੰਡ ਦੀਆਂ ਗਲੀਆਂ, ਫਿਰਨੀਆਂ, ਪਗਡੰਡੀਆਂ, ਪਿੰਡ ਦੇ ਲੋਕ, ਕਈ ਕੁਝ ਸਾਡੇ ਚੇਤਿਆਂ 'ਚੋਂ ਨਿੱਤ ਵਿਚਰਦਾ ਹੈ ਤੇ ਵਕਤ ਮਿਲੇ ਤਾਂ ਦੇਸ਼ ਦੀਆਂ ਦੂਰੀਆਂ ਮਿਟਾ ਕੇ ਆਪਣੀ ਮਿੱਟੀ ਨੂੰ ਸਲਾਮ ਕਰ ਆਉਂਦੇ ਹਾਂ। ਤੇ ਇੱਕ ਵਕਤ ਅਜਿਹਾ ਵੀ ਆਉਂਦਾ ਹੈ, ਅਸੀਂ ਰੋਜ਼ ਦੀ ਜ਼ਿੰਦਗੀ 'ਚ ਇੰਨੇ ਮਸਰੂਫ ਹੋ ਜਾਂਦੇ ਹਾਂ ਕਿ ਸਾਡੇ ਚੇਤਿਆਂ 'ਚ ਸਿਰਫ ਨਿੱਤ ਦਾ ਸੰਘਰਸ਼ ਰਹਿ ਜਾਂਦਾ ਹੈ। ਪਿੰਡ ਦੇ ਚੇਤੇ ਕਿਧਰੇ ਦੂਰ ਉੱਡ ਪੁੱਡ ਜਾਂਦੇ ਨੇ, ਪਰ ਮੇਰੀ ਮਾਂ ਦੇ ਹਰ ਸਾਹ 'ਚ ਪਿੰਡ ਵਸਦਾ ਹੈ। ਜਦੋਂ ਮੇਰੀ ਮਾਂ ਨੇ ਪਿੰਡ ਛੱਡਿਆ ਸੀ ਤਾਂ ਮੇਰੀ ਮਾਂ ਇੱਕ ਸਧਾਰਨ ਰਸੋਈ ਛੱਡ ਕੇ ਆਈ ਸੀ। ਰਸੋਈ 'ਚ ਇਟਾਲੀਅਨ ਪੱਥਰ ਨਹੀਂ ਸੀ ਲੱਗਾ, ਸਿਰਫ ਪਾਂਡੂ ਨਾਲ ਲਿਪੇ ਚੌਂਕੇ ਚੁੱਲ੍ਹੇ ਸਨ, ਚਮਕਦੇ ਚਿਮਟੇ, ਭੂਪਣੇ ਤੇ ਪਿੱਤਲ ਦੇ ਲਿਸ਼ਕਦੇ ਭਾਂਡੇ। ਪਰ ਉਹ ਸਭ ਕੁਝ ਮਾਂ ਦੇ ਹੱਥਾਂ ਨੂੰ ਪਛਾਣਦੇ ਸਨ। ਮੇਰੀ ਮਾਂ ਦੀ ਉਹ ਦੁਨੀਆ ਸੀ, ਮਾਂ ਦਾ ਸੰਦੂਕ, ਪੇਟੀਆਂ, ਮੱਝਾਂ, ਕੱਟੀਆਂ, ਮਾਂ ਦੀਆਂ ਸਹੇਲੀਆਂ, ਬਸ ਇਹ ਸੀ ਮੇਰੀ ਮਾਂ ਦਾ ਸੰਸਾਰ, ਜੋ 30 ਵਰ੍ਹੇ ਪਹਿਲਾਂ ਛੱਡ ਕੇ ਕੈਨੇਡਾ ਵਸੀ ਸੀ। ਆਪਣੀ ਦੁਨੀਆ ਛੱਡ ਕੇ ਆਪਣੇ ਧੀਆਂ ਪੁੱਤਾਂ ਕੋਲ ਆ ਕੇ ਵਸੀ ਉਹ ਪਹਿਲੀ ਔਰਤ ਨਹੀਂ ਜਿਹਨੇ ਆਪਣੀ ਦੁਨੀਆ ਕੁਰਬਾਨ ਕੀਤੀ ਹੈ। ਦੁਨੀਆ ਦੀਆਂ ਬਹੁਤ ਮਾਵਾਂ ਨੇ ਜਿਨ੍ਹਾਂ ਇਹ ਸਭ ਕੁਝ ਤਿਆਗ ਕੇ ਅਣਜਾਣ ਧਰਤੀ ਨੂੰ ਅਪਣਾਇਆ ਹੈ। ਪੋਤੇ ਪੋਤੀਆਂ ਦੇ ਪੋਤੜੇ ਧੋਂਦਿਆਂ ਕੁਝ ਚਿਰ ਆਪੇ ਨੂੰ ਭੁੱਲ ਗਈ ਸੀ। ਅੱਜ ਜਦੋਂ ਮੇਰੀ ਮਾਂ 3 ਮੰਜ਼ਲੇ ਮਕਾਨ ਦੇ ਸ਼ਾਨਦਾਰ ਕਮਰੇ 'ਚ ਬੈਠੀ ਆਪਣੀ ਮੌਤ ਦੀਆਂ ਘੜੀਆਂ ਗਿਣ ਰਹੀ ਹੈ ਤਾਂ ਇੱਥੇ ਨਾਲੋਂ ਵੱਧ ਪਿਛਲੀਆਂ ਯਾਦਾਂ 'ਚ ਗੁਆਚੀ ਮਹਿਸੂਸ ਹੁੰਦੀ ਹੈ। ਜਦੋਂ ਵੀ ਕੋਈ ਪਿੰਡੋਂ ਖਬਰ ਆਉਂਦੀ ਹੈ ਤਾਂ ਮੈਨੂੰ ਫੋਨ ਤੇ ਦੱਸਦੀ ਮੇਰੀ ਮਾਂ ਮੈਨੂੰ ਨਿੱਕੀ ਬੱਚੀ ਜਾਪਦੀ ਹੈ। ਪਿੰਡ ਦੀਆਂ ਖਬਰਾਂ ਦੱਸਦੀ ਮੇਰੀ ਮਾਂ ਟੀਵੀ ਦੀਆਂ ਖਬਰਾਂ ਨੂੰ ਮਾਤ ਪਾ ਜਾਂਦੀ ਹੈ ਤੇ ਮੈਂ ਚੁੱਪਚਾਪ ਮਾਂ ਦੀਆਂ ਗੱਲਾਂ ਸੁਣਦੀ ਰਹਿੰਦੀ ਹਾਂ। ਇੱਕ ਇੱਕ ਕਰਕੇ ਮੇਰੀ ਮਾਂ ਦੀਆਂ ਸਭ ਸਹੇਲੀਆਂ ਤੁਰ ਗਈਆਂ ਨੇ। ਮੇਰੀ ਮਾਂ ਹੌਕਾ ਲੈ ਕੇ ਕਹਿੰਦੀ ਹੈ, ਹੁਣ ਰੱਬ ਮੈਨੂੰ ਵੀ ਲੈ ਜਾਏ, ਬਥੇਰਾ ਜੀ ਲਿਆ। ਬਹੁਤ ਵਾਰ ਮਾਂ ਦੀਆਂ ਗੱਲਾਂ ਸੁਣ ਕੇ ਮੇਰਾ ਰੋਣ ਨੂੰ ਜੀ ਕਰਦਾ ਹੁੰਦਾ ਹੈ, ਪਰ ਮੈਂ ਆਪਣੀ ਮਾਂ ਨੂੰ ਕੁਝ ਮਹਿਸੂਸ ਨਹੀਂ ਹੋਣ ਦਿੰਦੀ। ਮਾਂ ਦੀ ਸਿਹਤ ਇਜਾਜ਼ਤ ਨਹੀਂ ਦਿੰਦੀ ਕਿ ਉਹ ਇੰਨੀ ਦੂਰੀ ਨੂੰ ਤੈਅ ਕਰਕੇ ਪਿੰਡ ਜਾ ਸਕੇ।
ਖਿਲਰੇ 30 ਵਰ੍ਹਿਆਂ ਨੂੰ ਚੁਗ ਸਕੇ। ਜਦੋਂ ਕੋਈ ਪਿੰਡੋਂ ਮੁੜਦਾ ਹੈ ਤਾਂ ਮਾਂ ਪੁੱਛਦੀ ਹੈ, ਅੱਛਾ ਸੁਣਿਆ ਹੁਣ ਤਾਂ ਆਪਣੇ ਕਾਰ ਵੀ ਘਰ ਦੇ ਬਗਲ 'ਚ ਚਲੀ ਜਾਂਦੀ ਹੈ। ਖਸਮਾਂ ਨੂੰ ਖਾਣੀ, ਸਾਨੂੰ ਤਾਂ ਬੱਸ ਵੀ ਜਾ ਕੇ ਅੱਪਰਿਓਂ ਫੜਨੀ ਪੈਂਦੀ ਸੀ। ਮਾਂ ਦੀ ਆਵਾਜ਼ 'ਚ ਇੱਕਦਮ ਗੁੱਸਾ ਭਰ ਜਾਂਦਾ ਹੈ। ਜਲ ਜਾਣਾ, ਸਾਨੂੰ ਤਾਂ ਘਰ ਖੜਾ ਮੋਟਰਸਾਈਕਲ ਵੀ ਨਹੀਂ ਸੀ ਜੁੜਦਾ। ਮੇਰਾ ਦਾਦਾ ਜੀ ਦਾ ਘਰ 'ਚ ਹੁਕਮ ਚੱਲਦਾ ਸੀ ਤੇ ਦਾਦਾ ਜੀ ਦੀਆਂ ਗੱਲਾਂ ਕਰਦੀ ਮਾਂ ਉਦਾਸ ਹੋ ਜਾਂਦੀ ਹੈ। ਕਈ ਵਾਰ ਤੇਰੇ ਦਾਦਾ ਜੀ ਨੇ ਲੜ ਪੈਣਾ ਤੇ ਕਹਿਣਾ, ਮੇਰੇ ਮੋਟਰਸਾਈਕਲ ਨੂੰ ਹੱਥ ਨਾ ਲਾਇਓ। ਤੇ ਮੈਨੂੰ ਹੈਰਾਨੀ ਹੁੰਦੀ ਹੈ ਕਿ ਜਿਸ ਘਰ 'ਚ ਮਾਂ ਨੇ ਇੰਨੀਆਂ ਤੰਗੀਆਂ ਦੇਖੀਆਂ, ਅੱਜ ਉਸ ਘਰ ਨੂੰ ਦੇਖਣ ਨੂੰ ਤਰਸ ਰਹੀ ਹੈ। ਤੇ ਮੈਂ ਇੰਨੀ ਮਜਬੂਰ ਹਾਂ ਕਿ ਮਾਂ ਦੀ ਆਖਰੀ ਇੱਛਾ ਨੂੰ ਪੂਰੀ ਨਹੀਂ ਕਰ ਸਕਦੀ। ਮੈਂ ਆਪਣੇ ਡੈਡ ਨੂੰ ਬਹੁਤ ਵਾਰੀ ਆਖਦੀ ਹਾਂ ਕਿ ਇੱਕ ਵਾਰ ਮਾਂ ਨੂੰ ਪਿੰਡ ਦਿਖਾ ਲਿਆਓ। ਮੇਰੇ ਡੈਡ ਦਾ ਜਵਾਬ ਹੁੰਦਾ, ਪੁੱਤਰਾ ਤੇਰੀ ਮਾਂ ਨੇ ਰਾਹ 'ਚ ਹੀ ਪੂਰੀ ਹੋ ਜਾਣਾ, ਇਹਨੇ ਜਿਉਂਦੀ ਮੁੜਨਾ ਨਹੀਂ। ਪਰ ਮੇਰੇ ਅੰਦਰ ਇੱਕ ਬੋਝ ਜਿਹਾ ਹੈ ਵੀ ਕਈ ਵਾਰ ਮੇਰੇ ਅੰਦਰਲੀ ਇੱਕ ਆਵਾਜ਼ ਮੈਨੂੰ ਕਹਿੰਦੀ ਹੈ ਕਿ ਮਾਂ ਨੂੰ ਪਿੰਡ ਚਲੇ ਜਾਣਾ ਚਾਹੀਦਾ। ਫਿਰ ਕੀ ਹੋਇਆ ਜੇ ਇੱਕ ਵਾਰ ਪਿੰਡ ਜਾ ਕੇ ਉਹ ਨਾ ਵੀ ਮੁੜੇ? ਪਰ ਮੈਂ ਡੈਡ ਨੂੰ ਇਹ ਗੱਲ ਕਹਿੰਦੀ ਨਹੀਂ। ਮੈਨੂੰ ਆਪਣੀ ਇਸ ਸੋਚ ਉੱਪਰ ਕਈ ਵਾਰ ਹੈਰਾਨੀ ਵੀ ਹੁੰਦੀ ਹੈ ਕਿ ਮੈਂ ਕਿਹੋ ਜਿਹੀ ਧੀ ਆ। ਪਿਛਲੇ ਦਿਨ ਹੀ ਮੈਂ ਪਿੰਡੋਂ ਮੁੜੀ ਤਾਂ ਮੇਰੇ ਜ਼ਿਹਨ 'ਚ ਇਹ ਬੋਝ ਦੁੱਗਣਾ ਹੋ ਗਿਆ। ਟਾਂਡੇ ਮੇਰੇ ਰਿਸ਼ਤੇਦਾਰ ਸੁਰਿੰਦਰ ਤੇ ਬੱਲੀ ਹੋਰਾਂ ਦੇ ਜ਼ਰੀਏ ਮੇਰਾ ਇੱਕ ਮੁਸਲਮਾਨ ਟੱਬਰ ਨਾਲ ਮਿਲਾਪ ਹੋਇਆ। ਇੱਕ ਦਿਨ ਗੱਲਾਂ 'ਚ ਮੁਸਲਮਾਨ ਧਰਮ ਦੀਆਂ ਗੱਲਾਂ ਕਰਦਿਆਂ ਮੈਨੂੰ ਭਾਜੀ ਮੁਹੰਮਦ ਨੇ ਦੱਸਿਆ ਕਿ ਸਾਡੇ ਧਰਮ 'ਚ ਆਪਣੇ ਮਾਂ-ਬਾਪ ਨੂੰ ਹੱਜ ਕਰਾਉਣਾ ਇੱਕ ਬਹੁਤ ਵੱਡਾ ਪੁੰਨ ਸਮਝਿਆ ਜਾਂਦਾ ਹੈ। ਭੈਣ, ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਫਰਜ਼ ਨਿਭਾ ਦਿੱਤਾ। ਹੁਣ ਮੈਨੂੰ ਮੌਤ ਦਾ ਵੀ ਡਰ ਨਹੀਂ। ਇਹ ਗੱਲ ਦੱਸਦਿਆਂ ਉਹਦੀ ਆਵਾਜ਼ 'ਚ ਇੱਕ ਮਾਣ ਸੀ। ਮੈਂ 35 ਵਰ੍ਹਿਆਂ ਦੀ ਉਮਰ 'ਚ ਆਪਣੀ ਮਾਂ-ਬਾਪ ਤੇ ਸੱਸ ਸਹੁਰੇ ਨੂੰ ਹੱਜ ਕਰਾਇਆ। ਇਹ ਸਾਡੇ ਧਰਮ ਦਾ ਸਭ ਤੋਂ ਵੱਡਾ ਫਰਜ਼ ਹੈ। ਜਦੋਂ ਮੈਨੂੰ ਦੱਸ ਰਿਹਾ ਸੀ ਤੇ ਮੈਂ ਆਪਣੇ ਆਪ ਨੂੰ ਡੇਢ ਗਿੱਠ ਦੀ ਮਹਿਸੂਸ ਕਰ ਰਹੀ ਸੀ ਕਿ ਮੈਂ ਆਪਣੀ ਮਾਂ ਨੂੰ ਆਖਰੀ ਵਾਰ ਉਹਦਾ ਚੁੱਲ੍ਹਾ ਚੌਂਕਾ ਨਹੀਂ ਵਿਖਾ ਸਕਦੀ। ਬਸ ਇੱਕ ਵਾਰ ਮਾਂ ਉਸ ਘਰ ਨੂੰ ਦੇਖਣਾ ਚਾਹੁੰਦੀ ਹੈ ਜਿੱਥੇ ਉਹਦੀ ਆਪਣੀ ਦੁਨੀਆ ਵਸਦੀ ਸੀ। ਅੱਜ ਜਿਹੜੇ ਘਰ 'ਚੋਂ ਬੈਠੀ ਹੈ, ਇਹ ਘਰ ਉਹਦਾ ਆਪਣਾ ਨਹੀਂ। ਭਾਵੇਂ ਇਸ ਘਰ 'ਚ ਮਾਂ ਨੇ ਜ਼ਿੰਦਗੀ ਦੇ 30 ਵਰ੍ਹੇ ਗੁਜ਼ਾਰੇ ਹਨ, ਫਿਰ ਵੀ ਇਹ ਘਰ ਉਹਦਾ ਆਪਣਾ ਨਹੀਂ ਹੈ। ਇਹ ਬੋਝ ਆਪਣੀ ਰੂਹ ਦੇ ਨਾਲ ਲੈ ਕੇ ਮੇਰੀ ਮਾਂ ਅੱਜ ਮੌਤ ਦੀਆਂ ਘੜੀਆਂ ਗਿਣਦੀ ਬੰਦ ਕਮਰੇ ਦੀਆਂ ਦੀਵਾਰਾਂ ਦੇ ਅੰਦਰਲੇ ਹਨੇਰੇ ਨਾਲ ਗੱਲਾਂ ਕਰਦੀ ਕਰਦੀ ਕਿਸੇ ਦਿਨ ਤੁਰ ਜਾਏਗੀ। ਪਿਛਲੇ ਕਿੰਨੇ ਵਰ੍ਹਿਆਂ ਤੋਂ ਆਪਣੀ ਮਾਂ ਦੀਆਂ ਇਹ ਗੱਲਾਂ ਮੈਂ ਸੁਣਦੀ ਆਈ ਹਾਂ ਤੇ ਇੱਕ ਸੁਪਨਾ ਹੋਰ ਜਿਹੜਾ ਮਾਂ ਨਿੱਤ ਦੇਖਦੀ ਸੀ, ਉਹ ਸੀ ਸਵੀਨਾ ਦੇ ਵਿਆਹ ਦਾ ਸੁਪਨਾ। ਸਵੀਨਾ ਦੀ ਨਾਨਕੀ ਛੱਕ ਦਾ ਸੁਪਨਾ। ਸਵੀਨਾ ਨੂੰ ਦਾਜ 'ਚ ਕੀ ਦੇਣਾ, ਕਿਵੇਂ ਵਿਆਹ ਕਰਨਾ। ਤੇ ਅਕਸਰ ਮਾਂ ਮੈਨੂੰ ਕਹਿੰਦੀ, ਮੇਰੇ ਜਿਉਂਦੇ ਜੀ ਵਿਆਹ ਕਰ ਲੈ ਕੁੜੀ ਦਾ, ਤੈਨੂੰ ਤਾਂ ਕੋਈ ਚੱਜ ਵੀ ਹੈ ਨਹੀਂ ਕਬੀਲਦਾਰੀਆਂ ਦਾ। ਮੈਂ ਚਾਹੁੰਦੀ ਹਾਂ ਮੈਂ ਆਪ ਵਿਆਹ ਕਰਾਂ ਤੇਰੀ ਧੀ ਦਾ, ਪਤਾ ਨਹੀਂ ਕਿੰਨੇ ਕੁ ਸਾਹ ਨੇ। ਮਾਂ ਹਰ ਵਾਰ ਸਵੀਨਾ ਲਈ ਸੋਨੇ ਦੇ ਗਹਿਣਿਆਂ ਦੀ ਗੱਲ ਕਰਦੀ, ਆਪਣੇ ਬੁਢਾਪੇ ਦੀ ਮਿਲਦੀ ਪੈਨਸ਼ਨ ਵਿੱਚੋਂ ਜੋੜ ਕੇ ਰੱਖੇ ਪੈਸਿਆਂ ਦੀ ਗੱਲ ਕਰਦੀ ਤੇ ਕਈ ਵਾਰ ਕਹਿੰਦੀ, ਸਵੀਨਾ ਦੇ ਵਿਆਹ ਦੀ ਸ਼ਾਪਿੰਗ ਆਪ ਪਿੰਡ ਜਾ ਕੇ ਕਰੀ। ਤੂੰ ਮੇਰੇ ਸੰਦੂਕ 'ਚੋਂ ਦਰੀਆਂ ਕੱਢ ਕੇ ਜ਼ਰੂਰ ਲੈ ਆਈ ਸਵੀਨਾ ਦੇ ਦਾਜ ਲਈ। ਮੈਥੋਂ ਤਾਂ ਖਬਰੇ ਹੁਣ ਕਦੇ ਵੀ ਨਹੀਂ ਜਾ ਹੋਣਾ, ਹੁਣ ਪਿੰਡ ਕਦੇ ਵੀ ਨਹੀਂ ਦੇਖ ਹੋਣਾ। ਮਾਂ ਉਦਾਸ ਹੋ ਜਾਂਦੀ। ਉਸ ਵਕਤ ਮੈਂ ਮਾਂ ਦੀਆਂ ਅੱਖਾਂ 'ਚ ਸਿਰਫ ਇੱਕ ਸੁਪਨੇ ਦੀ ਮੌਤ ਦੇਖਦੀ ਸੀ। ਪਿੰਡ ਮੁੜ ਕੇ ਜਾਣ ਦੇ ਸੁਪਨੇ ਦੀ ਮੌਤ ਦੇ ਨਾਲ ਨਾਲ ਅੱਜ ਮੇਰੀ ਮਾਂ ਦੀਆਂ ਸੁੱਕੀਆਂ ਅੰਨੀਆਂ ਅੱਖਾਂ 'ਚ ਕਈ ਹੋਰ ਮੋਏ ਸੁਪਨਿਆਂ ਦੇ ਪਰਛਾਵੇਂ ਵੀ ਦਿਸਦੇ ਨੇ। ਹੁਣ ਜਦੋਂ ਮਾਂ ਉਹਨਾਂ ਸੁਪਨਿਆਂ ਦੀ ਗੱਲ ਕਰਦੀ ਹੈ ਤਾਂ ਉਹਦੇ ਗਲੇ ਵਿੱਚੋਂ ਸਿਰਫ ਰੋਣ ਵਰਗੇ ਕੁਝ ਬੋਲ ਹੀ ਨਿਕਲਦੇ ਨੇ। ਮਾਂ ਦੀਆਂ ਅੱਖਾਂ 'ਚ ਕੁਝ ਮਰੇ ਸੁਪਨਿਆਂ ਦੀ ਕਹਾਣੀ ਹੀ ਬਚੀ ਹੈ। ਸ਼ਾਇਦ ਮਾਂ ਨੇ ਹੁਣ ਸੁਪਨੇ ਦੇਖਣੇ ਬੰਦ ਕਰ ਦਿੱਤੇ ਨੇ ਤੇ ਮੈਨੂੰ ਮਾਂ ਪਰਹੀਣ ਪਰਿੰਦੇ ਜਿਹੀ ਜਾਪਦੀ ਹੈ, ਜਿਹਨੇ ਕਦੇ ਮੁੜ ਆਪਣੇ ਆਲ੍ਹਣੇ 'ਚ ਮੁੜ ਨਹੀਂ ਜਾ ਸਕਣਾ। ਹੁਣ ਮੈਨੂੰ ਇਹ ਵੀ ਅਹਿਸਾਸ ਹੋ ਗਿਆ ਕਿ ਮੈਂ ਆਪਣੀ ਜ਼ਿੰਦਗੀ ਦੇ ਸੰਘਰਸ਼ ਵਿੱਚੋਂ ਨਿਕਲ ਕੇ ਕਦੇ ਵੀ ਆਪਣੀ ਮਾਂ ਦੇ ਦੁੱਧ ਦਾ ਫਰਜ਼ ਨਹੀਂ ਨਿਭਾ ਸਕਾਂਗੀ। ਜਦੋਂ ਵੀ ਮਾਂ ਦੀਆਂ ਨਿੱਕੀਆਂ ਨਿੱਕੀਆਂ ਖਾਹਿਸ਼ਾਂ ਦੀ ਇਹ ਪੋਟਲੀ ਫਰੋਲਦੀ ਹਾਂ ਤਾਂ ਮੇਰੀ ਆਪਣੀ ਜ਼ਿੰਦਗੀ ਦਾ ਇੱਕ ਪਲ ਮਰ ਗਿਆ ਜਾਪਦਾ ਹੈ। ਮਾਂ ਦੀ ਹੱਡੀਆਂ ਹੋਈ ਦੇਹ ਨੂੰ ਮੈਂ ਕਦੇ ਵੀ ਉਹਦੇ ਮੱਕੇ ਦੇ ਦਰਸ਼ਨ ਨਹੀਂ ਕਰਾ ਸਕਾਂਗੀ। ਮੇਰੀ ਮਾਂ ਕਿਸੇ ਦਿਨ ਇਹ ਬੋਝ ਢੋਂਦੀ ਤੁਰ ਜਾਏਗੀ, ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਇਸ ਪੋਟਲੀ ਦਾ ਬੋਝ ਚੁੱਕ ਕੇ ਮੈਂ ਆਪਣੀ ਜ਼ਿੰਦਗੀ ਦੇ ਆਉਣ ਵਾਲੇ ਦਿਨ ਕਿਵੇਂ ਕੱਟਾਂਗੀ। ਧੰਨਵਾਦ। ਅਗਲਾ ਲੇਖ ਹਰਮਿੰਦਰ ਚਹਿਲ ਦਾ ਲਿਖਿਆ ਹੋਇਆ ਹੈ, ਬੇਬੇ। ਬਚਪਨ ਵੱਲ ਧਿਆਨ ਮਾਰਾਂ ਤਾਂ ਬਹੁਤ ਛੋਟੀ ਉਮਰ ਦੀਆਂ ਧੁੰਦਲੀਆਂ ਜਿਹੀਆਂ ਯਾਦਾਂ ਮਨ ਦੇ ਚਿੱਤਰਪਟ ਤੇ ਉੱਭਰਦੀਆਂ ਹਨ। ਉਸ ਵੇਲੇ ਮੈਂ 5-4 ਸਾਲ ਦਾ ਹੋਵਾਂਗਾ ਕਿ ਬੇਬੇ ਮਸ਼ੀਨ ਉੱਪਰ ਕੋਈ ਕੱਪੜਾ ਸਿਉਂ ਰਹੀ ਸੀ। ਮੈਂ ਕੋਲ ਬੈਠਾ ਕੋਈ ਨਾ ਕੋਈ ਸ਼ਰਾਰਤ ਕਰ ਰਿਹਾ ਸੀ।
ਬੇਬੇ ਬਾਰ-ਬਾਰ ਮੇਰਾ ਹੱਥ ਝਟਕ ਕੇ ਪਰਾਂ ਕਰ ਦਿੰਦੀ, ਪਰ ਮੈਂ ਫਿਰ ਤੋਂ ਸ਼ਰਾਰਤ ਕਰਨ ਲੱਗ ਪੈਂਦਾ। ਅਖੀਰ ਮੈਂ ਧਾਗਾ ਜ਼ੋਰ ਦੀ ਖਿੱਚ ਲਿਆ ਤੇ ਇਹਦੇ ਨਾਲ ਹੀ ਸੂਈ ਟੁੱਟ ਗਈ। ਬੇਬੇ ਨੇ ਮੇਰੇ ਕੱਸ ਕੇ ਥੱਪੜ ਮਾਰਿਆ ਤੇ ਬਾਂਹ ਫੜ ਕੇ ਖੁਰਲੀ ਕੋਲ ਲੈ ਗਈ। ਫਿਰ ਮੈਨੂੰ ਕਿਹਾ ਕਿ ਮੈਂ ਖੁਰਲੀ 'ਚ ਮੁਰਗਾ ਬਣ ਕੇ ਖੜੋ ਜਾਵਾਂ। ਰੋਂਦਾ ਹੋਇਆ ਮੈਂ ਕੰਨ ਫੜ ਖੁਰਲੀ 'ਚ ਬੈਠ ਗਿਆ। ਬੇਬੇ ਕੋਈ ਡੰਡਾ ਭਾਲਣ ਲੱਗੀ। ਸ਼ਾਇਦ ਜੇਠ ਹਾੜ ਦਾ ਮਹੀਨਾ ਸੀ ਤੇ ਮੇਰਾ ਥੋੜ੍ਹੀ ਦੇਰ 'ਚ ਹੀ ਮੁੜਕਾ ਚੋਣ ਲੱਗ ਪਿਆ। ਇੰਨੇ ਨੂੰ ਬੇਬੇ ਛਟੀ ਲੈ ਕੇ ਆ ਗਈ, ਪਰ ਇਹ ਤੋਂ ਪਹਿਲਾਂ ਕਿ ਮੇਰੇ ਛਟੀ ਮਾਰਦੀ ਉਹ ਮੈਨੂੰ ਨੀਝ ਲਾ ਕੇ ਵੇਖਣ ਲੱਗੀ। ਫਿਰ ਉਹਨੇ ਛਟੀ ਸੁੱਟ ਦਿੱਤੀ ਤੇ ਮੈਨੂੰ ਖੜਾ ਹੋਣ ਨੂੰ ਕਿਹਾ ਤੇ ਮੈਂ ਰੋਂਦਾ ਹੋਇਆ ਖੜਾ ਹੋ ਗਿਆ। ਇੱਕਦਮ ਉਹਦੇ ਚਿਹਰੇ ਦੇ ਹਾਵ ਭਾਵ ਬਦਲ ਗਏ ਤੇ ਉਹਨੇ ਮੈਨੂੰ ਚੁੱਕ ਕੇ ਸੀਨੇ ਨਾਲ ਲਾ ਲਿਆ ਤੇ ਪੁਚਕਾਰਦਿਆਂ ਕਹਿਣ ਲੱਗੀ, ਨਾ ਮੇਰਾ ਪੁੱਤ, ਬਸ ਚੁੱਪ ਕਰ ਜਾ। ਬਸ ਇੰਨਾ ਕੋਈ ਹੁੰਦਾ ਹੈ ਮਾਵਾਂ ਦਾ ਗੁੱਸਾ। ਉਸ ਵੇਲੇ ਅਸੀਂ ਸਾਂਝ ਭਰੇ ਪੂਰੇ ਪਰਿਵਾਰ 'ਚ ਰਹਿ ਰਹੇ ਸਾਂ। ਵੱਡਾ ਸਾਰਾ ਘਰ ਸੀ ਜਿਸ 'ਚ 3 ਟੱਬਰ ਰਹਿੰਦੇ ਸਨ। ਇੱਕ ਸਾਡਾ, 2 ਪਰਿਵਾਰ ਮੇਰੇ ਚਾਚਿਆਂ ਦੇ। ਘਰ ਦੇ ਪਿਛਲੇ ਪਾਸੇ 3 ਵੱਡੀਆਂ ਸਬਾਤਾਂ ਸਨ ਜੋ ਕਿ ਹਰੇਕ ਘਰ ਦੀ ਇੱਕ ਸੀ। ਇਹ ਤੋਂ ਇਲਾਵਾ 3 ਬੈਠਕਾਂ ਸਨ, ਉਹ ਵੀ ਹਰ ਇੱਕ ਘਰ ਕੋਲ ਇੱਕ ਸੀ। ਅੱਗੇ ਵੱਡਾ ਵਿਹੜਾ ਸੀ। ਗਾਂ ਘਰ ਦਾ ਵੱਡਾ ਦਰਵਾਜ਼ਾ ਸੀ। ਇਵੇਂ ਹੀ ਸਾਂਝਾ ਸੀ। ਗਰਮੀਆਂ ਦੀ ਰਾਤ ਨੂੰ ਵਿਹੜਾ ਮੰਜਿਆਂ ਨਾਲ ਭਰਿਆ ਹੁੰਦਾ ਸੀ। ਅੱਧੀ ਰਾਤ ਤੱਕ ਅਸੀਂ ਜਵਾਕ ਬਾਤਾਂ ਸੁਣਦੇ ਜਾਂ ਫਿਰ ਦੂਰ ਦੂਰ ਮੰਜਿਆਂ ਤੇ ਪਏ ਵਡੇਰੇ ਗੱਲਾਂ ਬਾਤਾਂ ਕਰਦੇ। ਦਿਨ ਵੇਲੇ ਬੇਬੇ ਹੋਰੀ ਸਾਰਾ ਦਿਨ ਰਲ ਕੇ ਕੰਮ ਧੰਦੇ ਕਰਦੀਆਂ। ਰੋਟੀ ਟੁੱਕ ਸਭ ਦਾ ਅੱਡ ਵੱਡ ਸੀ, ਫਿਰ ਵੀ ਉਹ ਮਿਲ ਗਿਲ ਕੇ ਰੋਟੀ ਟੁੱਕ ਕਰਦੀਆਂ। ਮੇਰੀਆਂ ਦੋਨੋਂ ਚਾਚੀਆਂ ਬੇਬੇ ਨੂੰ ਬੇਬੇ ਜੀ ਕਹਿ ਕੇ ਬੁਲਾਉਂਦੀਆਂ ਸੀ, ਕਿਉਂਕਿ ਮੇਰੇ ਬਾਪੂ ਜੀ ਸਾਰਿਆਂ ਤੋਂ ਵੱਡੇ ਸਨ ਤੇ ਮੇਰੀ ਬੇਬੇ ਘਰ ਦੇ ਬਾਕੀ ਜਵਾਕਾਂ ਦੀ ਤਾਈ ਲੱਗਦੀ ਸੀ। ਸਿਆਲ ਦੀਆਂ ਰਾਤਾਂ ਨੂੰ ਕਿਸੇ ਇੱਕ ਦੀ ਸਬਾਤ 'ਚ ਜਵਾਕ ਇਕੱਠੇ ਹੋ ਕੇ ਬਾਤਾਂ ਸੁਣਦੇ। ਜ਼ਿਆਦਾਤਰ ਬਾਤਾਂ ਬਾਪੂ ਜੀ, ਚਾਚਾ ਨਰਿੰਜਨ ਸਿੰਘ ਜਾਂ ਮੇਰੀ ਵੱਡੀ ਚਾਚੀ ਸੁਣਾਉਂਦੀ ਹੁੰਦੀ ਸੀ। ਬੇਬੇ ਅਖਾਣ ਤੇ ਮੁਹਾਵਰੇ ਬਹੁਤ ਵਰਤਦੀ ਹੁੰਦੀ ਸੀ। ਉਹਨੂੰ ਗੱਲ ਸੁਣਾਉਣ ਦਾ ਢੰਗ ਬੜਾ ਦਿਲਚਸਪ ਹੁੰਦਾ। ਉਹ ਸਧਾਰਨ ਗੱਲ ਨੂੰ ਵੀ ਆਪਣੇ ਕਹਿਣ ਦੇ ਢੰਗ ਨਾਲ ਵਿਸ਼ੇਸ਼ ਬਣਾ ਦਿੰਦੀ। ਜਦੋਂ ਕੋਈ ਸਾਂਝੀ ਗੱਲ ਹੁੰਦੀ ਤਾਂ ਦੋਨੋਂ ਚਾਚੀਆਂ ਮੇਰੀ ਬੇਬੇ ਤੋਂ ਸੇਧ ਲੈਂਦੀਆਂ। ਬੇਬੇ ਦੀ ਦੂਰ ਅੰਦੇਸ਼ੀ ਆਖਰ ਤੱਕ ਬੜੀ ਸਾਫ਼ ਰਹੀ। ਉਹ ਬਾਣੀ ਤੋਂ ਬਿਨਾਂ ਕਿਸੇ ਹੋਰ ਕਰਮ ਕਾਂਡ ਨੂੰ ਨਹੀਂ ਮੰਨਦੀ ਸੀ। ਸਾਧਾਂ ਸੰਤਾਂ, ਕਰਾਮਾਤਾਂ ਜਾਂ ਟੂਣੇ ਟਾਮਣ ਦੀਆਂ ਗੱਲਾਂ ਤਾਂ ਉਹ ਕਰਨ ਵੀ ਨਹੀਂ ਸੀ ਦਿੰਦੀ। ਭਾਵੇਂ ਉਹ ਬਿਲਕੁਲ ਅਨਪੜ੍ਹ ਸੀ, ਪਰ ਉਹਦੀ ਇਹ ਸੋਚ ਸ਼ਾਇਦ ਮੇਰੇ ਬਾਪੂ ਜੀ ਵੱਲੋਂ ਮਿਲੀ ਹੋਈ ਸੇਧ ਸੀ। ਬੇਬੇ ਦੀ ਬੋਲਬਾਣੀ ਕਦੇ-ਕਦੇ ਥੋੜ੍ਹੀ ਸਖਤ ਹੁੰਦੀ ਸੀ, ਪਰ ਉਹ ਗੱਲਾਂ ਨੂੰ ਜ਼ਿਆਦਾ ਦੇਰ ਦਿਲ ਨਾਲ ਨਹੀਂ ਸੀ ਲਾਈ ਰੱਖਦੀ। ਪਰ ਮੈਂ ਜਦੋਂ ਪਿੱਛੇ ਵੱਲ ਝਾਤੀ ਮਾਰਦਾ ਤਾਂ ਮੈਨੂੰ ਕਦੇ ਵੀ ਕੋਈ ਅਜਿਹਾ ਵੇਲਾ ਨਹੀਂ ਲੱਭਦਾ ਜਦੋਂ ਮੈਂ ਬੇਬੇ ਤੇ ਬਾਪੂ ਜੀ ਨੂੰ ਲੜਦਿਆਂ ਵੇਖਿਆ ਹੋਵੇ। ਇਹਦਾ ਇੱਕ ਕਾਰਨ ਇਹ ਸੀ ਕਿ ਬਾਪੂ ਜੀ ਬਹੁਤ ਹੀ ਸਾਊ ਤੇ ਸਾਧੂ ਸੁਭਾਅ ਆਦਮੀ ਸਨ, ਪਰ ਮੈਂ ਜੋ ਸਾਰੀ ਉਮਰ ਵੇਖਿਆ ਤੇ ਮਹਿਸੂਸ ਕੀਤਾ ਕਿ ਉਹ ਇਹ ਸੀ ਕਿ ਬੇਬੇ ਤੇ ਬਾਪੂ ਜੀ ਆਪਸ 'ਚ ਬਹੁਤ ਨੇੜੇ ਸੀ। ਛੋਟੇ ਤੋਂ ਲੈ ਕੇ ਵੱਡੇ ਤੱਕ ਕੋਈ ਵੀ ਘਰੇਲੂ ਕੰਮ ਹੁੰਦਾ ਉਹ ਦੋਨੋਂ ਬਹਿ ਕੇ ਸਲਾਹ ਕਰਦੇ। ਬਾਪੂ ਜੀ ਆਪਣੀ ਮਰਜ਼ੀ ਨਾਲ ਕੋਈ ਕੰਮ ਕਰਦੇ, ਇਹ ਤਾਂ ਹੁੰਦਾ ਹੀ ਨਹੀਂ ਸੀ। ਇਉਂ ਵੀ ਕਹਿ ਸਕਦਾ ਕਿ ਬਾਪੂ ਜੀ ਬੇਬੇ ਦੀ ਹਰ ਗੱਲ ਮੰਨਦੇ ਸਨ। ਬੇਬੇ ਥੋੜ੍ਹਾ ਜਿਹਾ ਬਾਪੂ ਜੀ ਦੇ ਉੱਪਰ ਦੀ ਰਹਿੰਦੀ ਸੀ, ਆਪਣਾ ਹੁਕਮ ਚਲਾਉਣ ਲਈ ਨਹੀਂ, ਬਲਕਿ ਇਹ ਹਾਲਾਤ ਬਾਪੂ ਜੀ ਨੇ ਹੀ ਪੈਦਾ ਕੀਤੇ ਹੋਏ ਸਨ। ਉਹ ਜੋ ਬੇਬੇ ਦੀ ਹਰ ਸਲਾਹ ਨੂੰ ਪਹਿਲ ਦਿੰਦੇ ਸਨ। ਮੇਰਾ ਨਾਨਕਾ ਪਿੰਡ ਦਾਨੇਵਾਲਾ ਹੈ। ਦਾਨੇਵਾਲਾ ਸਾਡੇ ਪਿੰਡੋਂ ਬਸ ਕੋਈ 4-5 ਕਿਲੋਮੀਟਰ ਹੋਏਗਾ। ਸਾਡੇ ਪਿੰਡ ਕੋਲ ਦੀ ਨਹਿਰ ਲੰਘਦੀ ਹੈ ਤੇ ਦਾਨੇਵਾਲਾ ਵੀ ਇਸੇ ਨਹਿਰ ਦੇ ਕੰਢੇ ਤੇ ਪੈਂਦਾ ਹੈ। ਉੱਥੇ ਹਮੇਸ਼ਾ ਨਹਿਰ ਦੀ ਪਟੜੀ ਸਾਈਕਲ ਤੇ ਜਾਂਦੇ ਤੇ ਅੱਧੇ ਕੁ ਘੰਟੇ 'ਚ ਜਾ ਪਹੁੰਚਦੇ। ਜਿਸ ਪਰਿਵਾਰ 'ਚ ਬੇਬੇ ਦਾ ਜਨਮ ਹੋਇਆ ਉਹ ਕਾਫੀ ਵੱਡਾ ਲਾਣਾ ਸੀ। ਸਾਰਾ ਲਾਣਾ ਦੁੱਖ ਸੁੱਖ ਵੇਲੇ ਇਕੱਠਾ ਹੋ ਜਾਂਦਾ। ਦਾਨੇਵਾਲਾ ਵੈਲੀ ਪਿੰਡ ਸੀ। ਉੱਥੇ ਲੜਾਈਆਂ ਬਹੁਤ ਹੁੰਦੀਆਂ ਸੀ। ਸਾਲ 'ਚ 5-4 ਕਤਲ ਹੋਣੇ ਉੱਥੋਂ ਦੀ ਆਮ ਜਿਹਾ ਵਰਤਾਰਾ ਸੀ। ਪਰ ਬੇਬੇ ਦੱਸਦੀ ਹੁੰਦੀ ਹੈ ਕਿ ਉਹਨਾਂ ਦਾ ਲਾਣਾ ਪਿੰਡ 'ਚੋਂ ਸਾਰਿਆਂ 'ਚੋਂ ਵੱਡਾ ਸੀ, ਇਸ ਕਰਕੇ ਜੇ ਕਦੇ ਲੜਾਈ ਝਗੜਾ ਹੋ ਜਾਂਦਾ ਤਾਂ ਸਾਰਾ ਲਾਣਾ ਇਕੱਠਾ ਹੋ ਜਾਂਦਾ। ਜਦੋਂ ਬਚਪਨ ਦੀਆਂ ਗੱਲਾਂ ਸੁਣਾਉਂਦੀ ਤਾਂ ਲੱਗਦਾ ਜਿਵੇਂ ਪਿਛਲੀ ਸਦੀ ਦੀ ਗੱਲ ਕਰ ਰਹੀ ਹੋਵੇ, ਕਿਉਂਕਿ ਦਾਨੇਵਾਲਾ ਬਹੁਤ ਪਛੜਿਆ ਪਿੰਡ ਸੀ। ਮੇਰੇ ਬਚਪਨ ਵੇਲੇ ਤੱਕ ਉੱਥੇ ਸਕੂਲ ਵੀ ਨਹੀਂ ਸੀ। ਬੇਬੇ ਹੋਰੀ 3 ਭੈਣਾਂ ਤੇ 4 ਭਰਾ ਸਨ। ਭਰਾ ਸਾਰੇ ਵੱਡੇ ਸਨ ਤੇ ਬੇਬੇ 5ਵੇਂ ਨੰਬਰ ਤੇ ਆਉਂਦੀ ਸੀ। ਮੇਰਾ ਵੱਡਾ ਮਾਮਾ ਹਰਨੇਕ ਸਿਉਂ ਤੇ ਮੇਰੀ ਸਾਰਿਆਂ ਤੋਂ ਛੋਟੀ ਮਾਸੀ ਪਿੰਡ ਦੇ ਡੇਰੇ 'ਚੋਂ ਪੜ੍ਹਨਾ ਲਿਖਣਾ ਸਿੱਖ ਗਏ ਸਨ, ਪਰ ਬੇਬੇ ਡੇਰੇ ਨਾ ਗਈ। ਇਹਦਾ ਖਾਮਿਆਜਾ ਉਹਨੇ ਆਪਣੀ ਆਖਰੀ ਉਮਰ 'ਚ ਭੋਗਿਆ। ਉਦੋਂ ਪਛਤਾਵਾ ਵੀ ਬਹੁਤ ਕੀਤਾ, ਬਸ ਹਾਲਾਤ ਹੀ ਕੁਝ ਅਜਿਹੇ ਬਣ ਗਏ ਸਨ ਕਿ ਉਹ ਬੈਠੀ ਝੋਰਾ ਕਰਦੀ ਰਹਿੰਦੀ। ਖੈਰ, ਉਹਨਾਂ ਦੇ ਪਿੰਡ ਵਿਚਕਾਰ ਬਹੁਤ ਵੱਡੇ ਘਰ 'ਚ 4 ਪਰਿਵਾਰ ਵਸਦੇ ਸਨ। ਇੱਕ ਇਹਨਾਂ ਦਾ ਆਪਣਾ ਤੇ 3 ਚਾਚਿਆਂ ਦੇ। ਬੇਬੇ ਦੀਆਂ ਬਹੁਤੀਆਂ ਗੱਲਾਂ ਰੌਲਿਆਂ ਵੇਲੇ ਦੀਆਂ ਹੁੰਦੀਆਂ ਸਨ। ਉਸ ਮੁਤਾਬਕ ਰੌਲਿਆਂ ਵੇਲੇ ਉਹ 18-20 ਸਾਲ ਦੀ ਸੀ।
ਉਹਨਾਂ ਦੇ ਪਿੰਡ 'ਚ ਮੁਸਲਮਾਨਾਂ ਦੇ ਕਾਫੀ ਘਰ ਸਨ। ਇਹਨਾਂ ਨੂੰ ਬਚਾਉਣ ਲਈ ਸਾਰਾ ਪਿੰਡ ਇਕੱਠਾ ਹੋ ਗਿਆ ਸੀ। ਬਾਹਰਲੀ ਧਾੜ ਨੇ ਇੱਕਦਮ ਹਮਲਾ ਕੀਤਾ ਤਾਂ ਸਾਰਾ ਪਿੰਡ ਸਿਰ ਬੰਨ੍ਹ ਕੇ ਲੜਿਆ। ਪਿੰਡ ਦੇ 2 ਬੰਦੇ ਧਾੜ ਨਾਲ ਲੜਦਿਆਂ ਹੋਇਆਂ ਮਾਰੇ ਵੀ ਗਏ ਸੀ, ਪਰ ਧਾੜ ਬਹੁਤ ਵੱਡੀ ਸੀ ਤੇ ਉਹਨਾਂ ਕੋਲ ਅਸਲਾ ਵੀ ਸੀ। ਇਸ ਕਰਕੇ ਪਿੰਡ ਵਾਸੀਆਂ ਦੀ ਕੋਈ ਵਾਹ ਨਾ ਚੱਲੇ। ਬਹੁਤੇ ਮੁਸਲਮਾਨ ਮਾਰ ਦਿੱਤੇ ਗਏ ਤੇ ਜਵਾਨ ਕੁੜੀਆਂ ਨੂੰ ਧਾੜ ਵੀ ਚੁੱਕ ਕੇ ਲੈ ਗਏ। ਬੇਬੇ ਜਦੋਂ ਵੀ ਗੱਲ ਸੁਣਾਉਂਦੀ ਤਾਂ ਸਲਮਾ ਦੀ ਗੱਲ ਜ਼ਰੂਰ ਕਰਦੀ, ਕਿਉਂਕਿ ਸਲਮਾ ਉਹਨਾਂ ਦੇ ਗੁਆਂਢ ਰਹਿੰਦੇ ਮਿੰਦੇ ਦੀ ਧੀ ਸੀ, ਜੋ ਕਿ ਛੋਟਾ ਜਿਹਾ ਜ਼ਿਮੀਂਦਾਰ ਪਰਿਵਾਰ ਸੀ ਤੇ ਸਲਮਾ ਬੇਬੇ ਦੀ ਪੱਕੀ ਸਹੇਲੀ ਸੀ। ਬੇਬੇ ਦਾ ਉਸ ਨਾਲ ਬੜਾ ਗੂੜਾ ਮੋਹ ਸੀ। ਸ਼ਾਇਦ ਇਸੇ ਕਰਕੇ ਸਲਮਾ ਦੀ ਜ਼ਿੰਦਗੀ ਬਚ ਰਹੀ ਸੀ। ਮੇਰੇ ਨਾਨਕੀ ਹਰ ਸਾਲ ਕੋਈ ਨਾ ਕੋਈ ਵਿਆਹ ਆਇਆ ਰਹਿੰਦਾ, ਕਿਉਂਕਿ ਉਹਨਾਂ ਦਾ ਵੱਡਾ ਲਾਣਾ ਆਪਸ 'ਚ ਵਰਤਦਾ ਸੀ। ਕਿਸੇ ਇੱਕ ਦੇ ਘਰ ਵਿਆਹ ਸਾਹਾ ਹੁੰਦਾ, ਸਾਰੇ ਲਾਣੇ ਦੀਆਂ ਕੁੜੀਆਂ ਬੁਲਾਈਆਂ ਜਾਂਦੀਆਂ। ਅਜਿਹੇ ਵੇਲੇ ਬੇਬੇ ਬੜੀ ਰੀਝ ਨਾਲ ਤਿਆਰ ਹੁੰਦੀ, ਨੈਣ ਨੂੰ ਬੁਲਾ ਕੇ ਸੱਗੀ ਫੁੱਲ ਗੁੰਦਵਾਉਂਦੀ। ਫਿਰ ਬਾਪੂ ਜੀ ਸਾਈਕਲ ਤੇ ਲੈ ਕੇ ਚੱਲ ਪੈਂਦੇ ਸਹੁਰੇ ਘਰ ਵਿਆਹ, ਜਾਂ ਕਈ ਵਾਰ ਮੇਰਾ ਕੋਈ ਮਾਮਾ ਬੋਤੇ ਤੇ ਸਾਨੂੰ ਲੈ ਕੇ ਜਾਂਦਾ। ਗਾਂ ਵਿਆਹ ਦੇ ਵਿੱਚ ਬੜਾ ਇਕੱਠ ਹੁੰਦਾ। ਬੇਬੇ ਦੇ ਚਾਚੇ ਤਾਇਆਂ ਦੀਆਂ ਕੁੜੀਆਂ ਦੀ ਆਪਸ 'ਚ ਬੜੀ ਬਣਦੀ ਸੀ। ਜਦੋਂ ਹੀ ਬੇਬੇ ਪੇਕੇ ਘਰ ਪੈਰ ਪਾਉਂਦੀ ਤਾਂ ਉਦੋਂ ਹੀ ਸਾਰੀਆਂ ਇਕੱਠੀਆਂ ਹੋ ਜਾਂਦੀਆਂ। ਫਿਰ ਹਫ਼ਤਾ ਵਿਆਹ ਚੱਲਦਾ, ਸਾਰੀਆਂ ਕੁੜੀਆਂ ਮਿਲ ਕੇ ਮੇਲਾ ਲਾਈ ਰੱਖਦੀਆਂ। ਬੇਬੇ ਦੇ ਪੇਕਿਆਂ ਤੋਂ ਸਾਡੇ ਪਿੰਡ ਇੱਕ ਹੋਰ ਬੇਬੇ ਦੀ ਹਾਣ ਦੀ ਬਾਣੀਆਂ ਦੀ ਕੁੜੀ ਵਿਆਹੀ ਹੋਈ ਸੀ। ਉਸ ਨਾਲ ਬੇਬੇ ਦਾ ਬੜਾ ਮਿਲਾਪ ਸੀ। ਹਰ ਹਫ਼ਤੇ ਦੋਨੋਂ ਆਪਸ 'ਚ ਮਿਲਦੀਆਂ। ਇਸੇ ਤਰ੍ਹਾਂ ਬੇਬੇ ਦੀ ਕਿਸੇ ਹੋਰ ਰਿਸ਼ਤੇਦਾਰੀ ਵਾਲੇ ਪਿੰਡੋਂ ਮਿਸਤਰੀਆਂ ਦੇ ਘਰ ਵਿਆਹੀ ਬੇਬੇ ਦੀ ਹਮ ਉਮਰ ਕੁੜੀ ਪੁੰਨਿਆ ਸੀ। ਮੇਰੀ ਉਹ ਤਾਈ ਲੱਗਦੀ ਸੀ। ਉਸ ਨਾਲ ਬੇਬੇ ਦਾ ਬੜਾ ਸਨੇਹ ਸੀ। ਉਹ 35 ਕੁ ਦੀ ਹੋ ਕੇ ਗੁਜ਼ਰ ਗਈ ਸੀ ਤੇ ਬੇਬੇ ਬਹੁਤ ਰੋਂਦੀ ਹੁੰਦੀ ਸੀ। ਮੇਰੇ ਅਮਰੀਕਾ 'ਚ ਸੈੱਟ ਹੋਣ ਨਾਲ ਬੇਬੇ ਦੇ ਸਭ ਫਿਕਰ ਮੁੱਕ ਗਏ ਸੀ। ਉਹਦੇ ਪੁੱਤਰ ਸੈੱਟ ਸਨ, ਸ਼ਰੀਕੇ 'ਚ ਉਹਦੀ ਟੌਰ ਸੀ, ਪਰ ਉਹਨੇ ਹਲੀਮੀ ਨਾ ਛੱਡੀ। ਸਾਡੇ ਵਿੱਚੋਂ ਹਰ ਸਾਲ ਕੋਈ ਨਾ ਕੋਈ ਜਾਂਦਾ ਰਹਿੰਦਾ ਸੀ। ਗਾਂ ਬੇਬੇ ਨੇ ਲੋੜਵੰਦਾਂ ਦੀ ਲਿਸਟ ਬਣਾਈ ਹੁੰਦੀ ਸੀ। ਜ਼ਿਆਦਾਤਰ ਵਿਹੜੇ ਵਾਲੇ ਪਾਸਿਓਂ ਹੀ ਹੁੰਦੇ ਸੀ। ਜੇ ਕੋਈ ਵੀ ਬੇਬੇ ਕੋਲ ਮਦਦ ਲਈ ਆਉਂਦਾ ਤਾਂ ਉਹ ਨਾ ਨਹੀਂ ਸੀ ਕਰਦੀ। ਕਿਸੇ ਦਾ ਕੋਈ ਬਿਮਾਰ ਹੁੰਦਾ ਤਾਂ ਉਹ ਘਰ ਜਾ ਕੇ ਮਾਇਕ ਸਹਾਇਤਾ ਦੇ ਕੇ ਆਉਂਦੀ। ਜਦੋਂ ਉਹਨੂੰ ਪਤਾ ਲੱਗਦਾ ਫਲਾਣੇ ਦੀ ਕਿਸੇ ਪਰਿਵਾਰਕ ਮੈਂਬਰ ਦੀਆਂ ਅੱਖਾਂ ਸਮਰਾਉਣ ਵਾਲੀਆਂ ਹਨ ਤਾਂ ਉਹ ਆਪ ਉਤਸ਼ਾਹਤ ਕਰਕੇ ਅਗਲੇ ਨੂੰ ਹਸਪਤਾਲ ਭੇਜਦੀ, ਨਾਲ ਹੀ ਕੁਝ ਪੈਸੇ ਦਿੰਦੀ। ਸਾਡੇ ਨੇੜੇ ਭਿੱਖੀ ਕਸਬੇ 'ਚ ਅੱਖਾਂ ਦਾ ਪੁਰਾਣਾ ਡਾਕਟਰ ਹੈ। ਤਕਰੀਬਨ ਗਰੀਬ ਲੋਕ ਸਾਰੇ ਉਸੇ ਤੋਂ ਅੱਖਾਂ ਦਾ ਇਲਾਜ ਕਰਾਉਂਦੇ ਆ। ਬੇਬੇ ਨੇ ਇਹ ਵੀ ਕਿਹਾ ਹੋਇਆ ਸੀ ਕਿ ਜੇਕਰ ਕੋਈ ਸਿੱਧਾ ਜਾ ਕੇ ਇਲਾਜ ਕਰਾਉਣਾ ਚਾਹੁੰਦਾ ਤਾਂ ਉਸ ਡਾਕਟਰ ਤੋਂ ਰਸੀਦ ਬਣਵਾ ਲਿਆਵੇ ਕਿ ਕਿੰਨਾ ਕੁ ਖਰਚ ਹੋਊਗਾ। ਰਸੀਦ ਵੇਖਣ ਸਾਰ ਬੇਬੇ ਅਗਲੇ ਨੂੰ ਪੈਸੇ ਦੇ ਦਿੰਦੀ। ਮੈਂ ਸੋਚਦਾ ਉਹਦੇ ਅੰਦਰ ਇਹ ਸੇਵਾ ਭਾਵਨਾ ਵਾਲਾ ਜਜ਼ਬਾ ਕਿੱਥੋਂ ਪੈਦਾ ਹੋਇਆ। ਫਿਰ ਖਿਆਲ ਆਉਂਦਾ ਕਿ ਬੇਬੇ ਨੂੰ ਇਹ ਗਰੀਬ ਗੁਰਬੇ ਦੀ ਸੇਵਾ ਦਾ ਜਜ਼ਬਾ ਬਾਪੂ ਜੀ ਤੋਂ ਮਿਲਿਆ। ਫਿਰ 1999 'ਚ ਬਾਪੂ ਜੀ ਸਦਾ ਲਈ ਅਲਵਿਦਾ ਕਹਿ ਗਏ। ਕੁਝ ਦੇਰ ਬੇਬੇ ਉਦਾਸੀ ਦੇ ਆਲਮ 'ਚ ਰਹੀ, ਫਿਰ ਛੇਤੀ ਉਸ 'ਚ ਉੱਭਰ ਆਈ ਤੇ ਮੈਨੂੰ ਸੁਨੇਹਾ ਭੇਜਿਆ ਕਿ ਮੈਂ ਅਮਰੀਕਾ ਵੇਖਣਾ ਚਾਹੁੰਦੀ ਹਾਂ। ਮੈਂ ਸਮਝ ਗਿਆ ਕਿ ਉਹ ਬਦਲਾਅ ਵਾਲੀ ਥਾਂ ਹੋਣਾ ਚਾਹੁੰਦੀ ਹੈ ਤਾਂ ਕਿ ਬਾਪੂ ਜੀ ਦੇ ਵਿਛੋੜੇ ਦਾ ਦਰਦ ਹੌਲਾ ਹੋ ਸਕੇ। ਮੈਂ ਪੇਪਰ ਭੇਜ ਦਿੱਤੇ। ਬੇਬੇ ਅਮਰੀਕਾ ਆ ਗਈ। ਇੱਥੇ ਉਹ 3 ਕੁ ਮਹੀਨੇ ਰਹੀ, ਪਰ ਉਹਦਾ ਦਿਲ ਨਾ ਲੱਗਿਆ ਤੇ ਵਾਪਸ ਚਲੀ ਗਈ। ਇਹਦੇ 2 ਕੁ ਸਾਲ ਬਾਅਦ 2002 'ਚ ਫਿਰ ਅਸੀਂ ਮਨਾ ਕੇ ਉਹਨੂੰ ਇੱਥੇ ਲਿਆਏ, ਪਰ ਉਹਨੇ ਹੁਣ ਵੀ ਦਿਲ ਨਾ ਲਾਇਆ। ਇਸ ਵਾਰ ਜਦੋਂ ਵਾਪਸ ਮੁੜੀ ਤਾਂ ਕਹਿ ਗਈ ਕਿ ਇਸ ਪਿੱਛੋਂ ਅਮਰੀਕਾ ਨਹੀਂ ਆਏਗੀ। 2003 ਤੋਂ ਲੈ ਕੇ ਆਖਰ ਤੱਕ ਫਿਰ ਉਹ ਪਿੰਡ ਹੀ ਰਹੀ। ਇੱਕ ਵਾਰ ਉਹ 2008 'ਚ ਬਿਮਾਰ ਹੋ ਗਈ। ਮੈਂ ਉਦੋਂ ਇੰਡੀਆ ਗਿਆ ਹੋਇਆ ਸੀ। ਆਮ ਪੇਂਡੂ ਭਾਸ਼ਾ 'ਚ ਇਸ ਬਿਮਾਰੀ ਨੂੰ ਜਨੇਊ ਕਹਿੰਦੇ ਆ। ਉਸੇ ਵੇਲੇ ਮੇਰੇ ਮਾਮਾ ਜੀ ਹਰਨੇਕ ਸਿੰਘ ਬਿਮਾਰ ਹੋ ਗਏ। ਬੇਬੇ ਜ਼ਿਆਦਾ ਨਿਢਾਲ ਹੋ ਗਈ ਤੇ ਕਹਿਣ ਲੱਗੀ ਕਿ ਭਾਈ ਐਤਕੀ ਸਾਡੇ ਦੋਨਾਂ ਭੈਣ ਭਰਾਵਾਂ 'ਚੋਂ ਇੱਕ ਵਿਛੜੂਗਾ। ਵੇਖੋ ਕਿਹੜਾ ਤੁਰਦਾ। ਆਖਰ ਮਾਮਾ ਜੀ ਦੀ ਜੀਵਨ ਡੋਰ ਟੁੱਟ ਗਈ ਤੇ ਉਹ ਵਿਛੋੜਾ ਦੇ ਗਏ। ਬੇਬੇ ਹੌਲੀ ਹੌਲੀ ਠੀਕ ਹੋ ਗਈ। ਜਦੋਂ ਨੂੰ ਮੈਂ ਵਾਪਸ ਅਮਰੀਕਾ ਮੁੜਿਆ ਤਾਂ ਜਾਪਦਾ ਸੀ ਜਿਵੇਂ ਉਹਨੂੰ ਕੁਝ ਹੋਇਆ ਹੀ ਨਾ ਹੋਵੇ। ਬੇਬੇ ਨੂੰ ਗੱਲਾਂ ਕਰਨ ਦਾ ਬਹੁਤ ਸ਼ੌਕ ਸੀ। ਵੈਸੇ ਤਾਂ ਪੇਂਡੂ ਔਰਤਾਂ ਹੀ ਸਾਰਾ ਦਿਨ ਜੱਕੜ ਮਾਰਦੀਆਂ, ਪਰ ਬੇਬੇ ਨੂੰ ਤਾਂ ਮੈਂ ਸ਼ੁਰੂ ਤੋਂ ਵੇਖਦਾ ਆਇਆ ਸੀ। ਛੋਟੇ ਹੁੰਦਿਆਂ ਜਦੋਂ ਕੋਈ ਭੂਆ ਜਾਂ ਹੋਰ ਰਿਸ਼ਤੇਦਾਰ ਆ ਜਾਂਦਾ ਤਾਂ ਬੇਬੇ ਅੱਧੀ ਰਾਤ ਤੱਕ ਗੱਲਾਂ ਮਾਰੀ ਜਾਂਦੀ। ਕਈ ਵਾਰੀ ਤਾਂ ਸਿਆਲਾਂ ਦੀਆਂ ਵੱਡੀਆਂ ਰਾਤਾਂ ਨੂੰ ਅੱਧੀ ਰਾਤ ਪਿੱਛੋਂ ਅਚਾਨਕ ਅੱਖ ਖੁੱਲ੍ਹਦੀ ਤਾਂ ਵੇਖੀਦਾ ਕਿ ਬੇਬੇ ਹੋਰੀ ਇੱਕ ਵਾਰੀ ਸੌਂ ਕੇ ਦੁਬਾਰਾ ਉੱਠ ਕੇ ਗੱਲਾਂ ਕਰ ਰਹੀਆਂ ਹਨ। ਹੁਣ ਜਦੋਂ ਅਮਰੀਕਾ ਤੋਂ ਜਾਣਾ ਤਾਂ ਜਦੋਂ ਹੀ ਕਿਧਰੇ ਤੁਰਨ ਲੱਗਣਾ ਤਾਂ ਉਹਨੇ ਕਹਿਣਾ ਕਿ ਭਾਈ ਛੇਤੀ ਆ ਜਿਓ, ਆਥਣੇ ਗੱਲਾਂ ਕਰਾਂਗੇ। ਫਿਰ ਰੋਟੀ ਟੁੱਕ ਪਿੱਛੋਂ ਦੇਰ ਤੱਕ ਗੱਲਾਂ ਚੱਲਦੀਆਂ। ਇਹ ਤੋਂ ਇਲਾਵਾ ਨਾਲ ਲੱਗਦੇ ਘਰਾਂ ਦੀਆਂ ਸੁਆਣੀਆਂ ਵੀ ਅੱਧੀ ਰਾਤ ਤੱਕ ਬੇਬੇ ਕੋਲ ਬੈਠੀਆਂ ਗੱਲਾਂ ਕਰਦੀਆਂ ਰਹਿੰਦੀਆਂ। ਜੇ ਕਦੇ ਉਹ
ਉਹਦੇ ਨਾਲ 2-3 ਦਿਨ ਖੁੱਲੇ ਵਕਤ 'ਚ ਗੱਲ ਨਾ ਹੁੰਦੀ ਤਾਂ ਉਹ ਕਹਿੰਦੀ ਅੱਜ ਕਿਧਰੇ ਨਹੀਂ ਜਾਣਾ, ਘਰੇ ਰਹੋ। ਫਿਰ ਉਹ ਸਾਰਾ ਦਿਨ ਕੋਲ ਬੈਠੀ ਨਵੀਆਂ ਪੁਰਾਣੀਆਂ ਪਿੰਡ ਦੇ ਹਾਲਾਤ, ਹੋਰ ਪਤਾ ਨਹੀਂ ਕਿਹੜੇ-ਕਿਹੜੇ ਮਸਲੇ, ਬਸ ਗੱਲ ਦੀ ਲੜੀ ਨਾ ਟੁੱਟਣ ਦਿੰਦੀ। ਉਹ ਜਦੋਂ ਵੀ ਅਮਰੀਕਾ ਫੋਨ ਕਰਦੀ ਤਾਂ ਘੱਟੋ ਘੱਟ ਘੰਟਾ ਤਾਂ ਗੱਲ ਚੱਲਦੀ ਹੀ ਰਹਿੰਦੀ। ਮੇਰੀ ਮਾਸੀ ਤੇ ਬੇਬੇ ਦੀ ਬੜੀ ਨੇੜਤਾ ਸੀ। ਮਾਸੀ ਹਰ ਦੂਜੇ ਤੀਜੇ ਹਫ਼ਤੇ ਆਪਣੇ ਪਿੰਡ ਮਾਈਸਰ ਖਾਣੇ ਤੋਂ ਉਚੇਚਾ ਬੇਬੇ ਨੂੰ ਮਿਲਣ ਆਉਂਦੇ। ਜਦੋਂ ਦੋਨੋਂ ਹੁੰਦੀਆਂ ਤਾਂ ਜਾਪਦਾ ਉਹ ਰਾਤ ਨੂੰ ਸੌਂਦੀਆਂ ਵੀ ਨਹੀਂ ਸੀ। ਉਹਨਾਂ ਦੀਆਂ ਗੱਲਾਂ ਦਾ ਵਿਸ਼ਾ ਪੁਰਾਣੇ ਵੇਲੇ ਜਾਂ ਮੌਜੂਦਾ ਉਹਨਾਂ ਦੇ ਪੇਕੇ ਪਿੰਡ ਕੀ ਹੋ ਰਿਹਾ ਇਹ ਹੁੰਦਾ। ਅਖੀਰ ਤੱਕ ਬੇਬੇ ਦੇ ਦੰਦ ਠੀਕ ਰਹੇ। ਉਹਨੂੰ ਬਨੌਟੀ ਦੰਦ 2010 ਦੇ ਲਗਭਗ ਜਾ ਕੇ ਲਗਾਉਣੇ ਪਏ, ਪਰ ਉਹ ਇਹਨਾਂ ਦੀ ਹਲਕਤ ਬਹੁਤ ਮੰਨਦੀ। ਇੱਕ ਪਤਾ ਨਹੀਂ ਉਹਦੇ ਦੰਦ ਠੀਕ ਵੀ ਨਹੀਂ ਆਉਂਦੇ ਸੀ। ਰੋਟੀ ਖਾ ਪੀ ਕੇ ਦੰਦ ਲਾ ਕੇ ਰੱਖ ਦਿੰਦੀ। ਅੱਖਾਂ ਬਾਰੇ ਤਾਂ ਪਹਿਲਾਂ ਜ਼ਿਕਰ ਆ ਹੀ ਚੁੱਕਿਆ, ਪਰ ਉਦੋਂ ਦੀਆਂ ਐਨਕਾਂ ਲੱਗੀਆਂ, ਮੁੜ ਕੇ ਉਹਨੂੰ ਕਦੇ ਵੀ ਸਮੱਸਿਆ ਨਹੀਂ ਆਈ। ਐਨਕਾਂ ਦਾ ਉਹੀ ਨੰਬਰ ਆਖਰ ਤੱਕ ਚੱਲਿਆ। ਇਹ ਗੱਲ 2012 ਦੀ ਹੈ। ਮੈਂ ਨੋਟ ਕੀਤਾ ਸ਼ਾਮ ਵੇਲੇ ਬੇਬੇ ਗੱਲ ਕਰਦਿਆਂ ਕਈ ਲਫ਼ਜ਼ ਥਥਲਾ ਕੇ ਬੋਲਦੀ। ਮੈਂ ਸੋਚਿਆ ਸ਼ਾਇਦ ਇਹ ਉਮਰ ਦਾ ਤਕਾਜ਼ਾ ਹੈ, ਪਰ ਉਹਦੀ ਇਹ ਸਮੱਸਿਆ ਦਿਨੋਂ ਦਿਨ ਵੱਧਦੀ ਗਈ। ਅਗਲੇ ਸਾਲ ਜਾਣੀ 13 ਦੇ ਅਕਤੂਬਰ ਮਹੀਨੇ ਮੈਂ ਆ ਕੇ ਵੇਖਿਆ ਬੇਬੇ ਬਹੁਤ ਸਾਰੇ ਲਫ਼ਜ਼ ਥਥਲਾਉਣ ਲੱਗ ਪਈ ਸੀ। ਸਵੇਰ ਵੇਲੇ ਤਾਂ ਠੀਕ ਰਹਿੰਦਾ, ਪਰ ਸ਼ਾਮ ਤੱਕ ਉਹ ਬੋਲਦੀ ਥੱਕ ਜਾਂਦੀ ਤੇ ਕਈ ਵਾਰ ਪੂਰੀ ਗੱਲ ਸਮਝ ਹੀ ਨਾ ਪੈਂਦੀ। ਕਈ ਵਾਰੀ ਉਹ ਤੋਂ ਕੋਈ ਲਫ਼ਜ਼ ਬੋਲਿਆ ਨਾ ਜਾਂਦਾ ਤੇ ਉਹ ਗੱਲ ਵਿਚਕਾਰ ਹੀ ਛੱਡ ਦਿੰਦੀ। ਇੱਕ ਦਿਨ ਉਹ ਗੱਲਾਂ ਕਰਦਿਆਂ ਕਰਦਿਆਂ ਰੋਣ ਲੱਗ ਪਈ। ਥੋੜਾ ਸੰਭਲਣ ਤੇ ਕਹਿਣ ਲੱਗੀ, ਉਹਨੂੰ ਜਾਪਦਾ ਹੈ ਕਿ ਉਹਦੀ ਕਿਧਰੇ ਆਵਾਜ਼ ਬਿਲਕੁਲ ਹੀ ਬੰਦ ਨਾ ਹੋ ਜਾਏ। ਅਸੀਂ ਕਈ ਡਾਕਟਰਾਂ ਦੇ ਲੈ ਕੇ ਗਏ, ਪਰ ਹਰ ਇੱਕ ਨੇ ਹੀ ਕਿਹਾ ਕਿ ਵਡੇਰੀ ਉਮਰ 'ਚ ਹੋ ਜਾਂਦਾ ਹੈ। ਆਵਾਜ਼ ਬੰਦ ਹੋਣ ਵਾਲੀ ਕੋਈ ਗੱਲ ਨਹੀਂ ਹੈ, ਪਰ ਅਸੀਂ ਵੇਖ ਰਹੇ ਸੀ ਕਿ ਆਵਾਜ਼ ਤਾਂ ਦਿਨੋਂ ਦਿਨ ਘਟਦੀ ਜਾ ਰਹੀ ਸੀ। ਕਈ ਗੱਲਾਂ ਦੀ ਸਮਝ ਨਾ ਆਉਂਦੀ ਤਾਂ ਘਰ ਕੰਮ ਕਰਦੀ ਕੁੜੀ ਕੋਮਲ ਨੂੰ ਪੁੱਛਣਾ ਪੈਂਦਾ ਕਿ ਬੇਬੇ ਨੇ ਕੀ ਕਿਹਾ। ਉਹ ਸਾਰਾ ਦਿਨ ਬੇਬੇ ਦੇ ਕੋਲ ਰਹਿੰਦੀ ਸੀ, ਇਸ ਕਰਕੇ ਬੇਬੇ ਦੀ ਥਥਲਾ ਕੇ ਬੋਲਿਆ ਵੀ ਸਮਝ ਲੈਂਦੀ ਸੀ। ਪਰ ਬੇਬੇ ਤੋਰਾ ਫੇਰਾ ਪਹਿਲਾਂ ਦੀ ਤਰ੍ਹਾਂ ਹੀ ਕਰਦੀ ਸੀ। ਇਹ ਉਹਦੀ ਆਦਤ ਸ਼ੁਰੂ ਤੋਂ ਹੀ ਸੀ ਕਿ ਕਿਸੇ ਵੇਲੇ ਵੀ ਟਿਕ ਕੇ ਨਹੀਂ ਸੀ ਬੈਠਦੀ। ਸ਼ਾਇਦ ਜ਼ਿਆਦਾ ਤੋਰਾ ਫੇਰਾ ਹੋਣ ਕਾਰਨ ਹੀ ਕਦੇ ਕੋਈ ਗੰਭੀਰ ਬਿਮਾਰੀ ਨਹੀਂ ਸੀ ਲੱਗੀ। ਬਾਕੀ ਇੱਕੋ ਦੀ ਆਦਤ ਬਾਰ-ਬਾਰ ਚਾਹ ਪੀਣ ਦੀ ਸੀ। ਉਹ ਹਰ ਘੰਟੇ ਬਾਅਦ ਚਾਹ ਪੀਣ ਦੀ ਆਦੀ ਸੀ। ਜ਼ਿਆਦਾ ਪੱਤੀ ਵਾਲੀ ਚਾਹ ਪੀਣੀ ਉਹਦਾ ਸ਼ੌਕ ਸੀ। ਬਸ ਪਤਾ ਉਦੋਂ ਹੀ ਲੱਗਦਾ ਜਦੋਂ ਬੇਬੇ ਚਾਹ ਵਾਲੀ ਪਤੀਲੀ ਚੜਾ ਲੈਂਦੀ। ਇੱਕ ਇਹ ਵੀ ਕਿ ਉਹ ਆਪਣੇ ਚਾਹ 'ਚੋਂ ਕਦੇ ਕਿਸੇ ਹੋਰ ਨੂੰ ਚਾਹ ਨਹੀਂ ਸੀ ਦਿੰਦੀ ਹੁੰਦੀ। ਵੱਖਰੀ ਭਾਵੇਂ ਬਣਾ ਕੇ ਦੇ ਦਿੰਦੀ, ਪਰ ਆਪਣੇ ਆਪ ਦੇ ਲਈ ਬਣਾਈ ਹੋਈ 'ਚੋਂ ਨਹੀਂ ਸੀ ਕਿਸੇ ਨੂੰ ਦਿੰਦੀ। ਮੈਂ ਕਈ ਵਾਰ ਜ਼ਿੱਦ ਕਰਦਾ ਤਾਂ ਵੀ ਉਹ ਨਹੀਂ ਸੀ ਪੀਣ ਦਿੰਦੀ। ਹਾਂ, ਮੈਨੂੰ ਵੱਖਰੀ ਬਣਾ ਦਿੰਦੀ। ਖੈਰ, ਪਹਿਲਾਂ ਮੋਹਨ ਪਿੰਡ ਗਿਆ। ਉਹ ਲੁਧਿਆਣੇ, ਚੰਡੀਗੜ੍ਹ ਸਾਰੇ ਪਾਸੇ ਬੇਬੇ ਨੂੰ ਵਿਖਾ ਕੇ ਲਿਆਇਆ, ਪਰ ਆਵਾਜ਼ ਦਾ ਮਸਲਾ ਕਿਧਰੋਂ ਵੀ ਹੱਲ ਨਾ ਹੋਇਆ। ਫਿਰ ਸਾਲ 14 ਦੇ ਅਪ੍ਰੈਲ ਮਹੀਨੇ ਮੈਥੋਂ ਛੋਟਾ ਹਰਤੇਜ ਇੰਡੀਆ ਗਿਆ ਤਾਂ ਉਹਨੂੰ ਕਿਸੇ ਨੇ ਦਿੱਲੀ ਦੇ ਇੱਕ ਮਸ਼ਹੂਰ ਡਾਕਟਰ ਦੀ ਦੱਸ ਪਾਈ। ਉਹ ਬੇਬੇ ਨੂੰ ਲੈ ਕੇ ਦਿੱਲੀ ਨੂੰ ਚਲਾ ਗਿਆ। ਉਸ ਡਾਕਟਰ ਨੇ ਬੜੀ ਬਰੀਕੀ ਨਾਲ ਚੈੱਕਅਪ ਕਰਨ ਤੋਂ ਬਾਅਦ ਦੱਸਿਆ ਕਿ ਆਵਾਜ਼ ਦੀ ਇਹ ਸਮੱਸਿਆ ਹੱਲ ਨਹੀਂ ਹੋਏਗੀ, ਕਿਉਂਕਿ ਗਲੇ ਦੀਆਂ ਰਗਾਂ ਬਿਲਕੁਲ ਖਤਮ ਹੋ ਚੁੱਕੀਆਂ ਹਨ ਤੇ ਬੇਇਲਾਜ ਹਨ। ਉਸ ਮੁਤਾਬਕ ਇਹ ਕੋਈ ਬਿਮਾਰੀ ਨਹੀਂ, ਸਗੋਂ ਉਮਰ ਦਾ ਤਕਾਜ਼ਾ ਹੈ ਕਿ ਮਾਤਾ ਦਾ ਆਵਾਜ਼ ਵਾਲਾ ਸਾਰਾ ਸਿਸਟਮ ਖਤਮ ਹੋ ਚੁੱਕਿਆ ਹੈ। ਉਹਨੇ ਕਿਹਾ ਕਿ ਜੋ ਇਹ ਹੁਣ ਥੋੜਾ ਬਹੁਤ ਬੋਲਦੀ ਹੈ, ਆਖਰ ਉਹ ਵੀ ਬੰਦ ਹੋ ਜਾਣਾ। ਬੇਬੇ ਨੂੰ ਇਹ ਗੱਲ ਤਾਂ ਨਾ ਦੱਸੀ। ਉਹਨੇ ਤਾਕਤ ਦੀ ਦਵਾਈ ਦਿੰਦਿਆਂ ਕਿਹਾ ਕਿ ਮਾਤਾ ਤੂੰ ਠੀਕ ਹੋ ਜਾਏਂਗੀ। ਪਿੰਡ ਆ ਕੇ ਕੁਝ ਦਿਨ ਉਹਨੇ ਦਵਾਈ ਲਈ। ਫਿਰ ਉਹ ਸਮਝ ਗਈ ਕਿ ਉਹਦਾ ਦਿਲ ਧਰਾਉਣ ਲਈ ਇਹ ਤਾਂ ਡਾਕਟਰ ਨੇ ਐਵੇਂ ਕੋਈ ਦਵਾਈ ਦੇ ਦਿੱਤੀ ਹੈ। ਉਹਨੇ ਦਵਾਈ ਸੁੱਟਤੀ। ਆਖਰ ਇਹ ਭਾਣਾ ਵੀ ਵਰਤ ਗਿਆ। ਮੈਂ ਅਗਾਂਹ ਅਕਤੂਬਰ ਮਹੀਨੇ ਗਿਆ ਤਾਂ ਬੇਬੇ ਦੀ ਆਵਾਜ਼ 80% ਖਤਮ ਹੋ ਚੁੱਕੀ ਸੀ। ਉਹਨੂੰ ਇਹਦਾ ਬੜਾ ਝੋਰਾ ਸੀ, ਕਿਉਂਕਿ ਕਦੇ ਵੀ ਚੁੱਪ ਨਾ ਬੈਠਣ ਵਾਲੀ ਬੇਬੇ ਹੁਣ ਬੇਵੱਸ ਹੋਈ ਚੁੱਪ ਬੈਠੀ ਸੀ। ਸਵੇਰੇ ਸਵੇਰੇ ਤਾਂ ਕੁਝ ਨਾ ਕੁਝ ਬੋਲ ਲੈਂਦੀ, ਪਰ ਉਸ ਪਿੱਛੋਂ ਸ਼ਾਇਦ ਗਲਾ ਥੱਕ ਜਾਂਦਾ ਤੇ ਬਸ ਹਾਂ ਜਿਹਾ ਕਰੀ ਜਾਂਦੀ। ਹਾਂ, ਸਵੇਰ ਵੇਲੇ ਉਹਦੇ ਮਾੜੇ ਮੋਟੇ ਟੁੱਟਵੇਂ ਲਫ਼ਜ਼ਾਂ ਤੋਂ ਗੱਲ ਦੀ ਸਮਝ ਆ ਜਾਂਦੀ ਸੀ। ਹੁਣ ਬੇਬੇ ਕਈ ਵਾਰ ਢਿੱਡ 'ਚ ਮੁੱਠੀ ਦਿੰਦੀ ਰੋਣ ਲੱਗ ਪੈਂਦੀ। ਉਹਦਾ ਇਸ਼ਾਰਾ ਹੁੰਦਾ ਕਿ ਉਹਦੇ ਢਿੱਡ ਜਾਣੀ ਕਿ ਦਿਲ 'ਚ ਬੜਾ ਕੁਝ ਹੈ ਜਿਸ ਬਾਰੇ ਉਹ ਗੱਲਾਂ ਕਰਨੀਆਂ ਚਾਹੁੰਦੀ ਹੈ, ਪਰ ਕੁਦਰਤ ਅੱਗੇ ਕਿਹਦਾ ਜ਼ੋਰ ਹੈ। ਇਹ ਤੋਂ ਇਲਾਵਾ ਉਹਦੀ ਧੌਣ ਦਾ ਮਣਕਾ ਜਿਹਾ ਵੀ ਦਰਦ ਕਰਨ ਲੱਗ ਪਿਆ ਸੀ। ਇੱਕ ਲੱਤ 'ਚ ਵੀ ਪੀੜ ਹੋਣ ਲੱਗ ਪਈ ਸੀ। ਇਹ ਦੋਨੋਂ ਗੱਲਾਂ ਦਾ ਤਾਂ ਆਰਥੋਪੈਡਿਕ ਡਾਕਟਰ ਮਾਲਿਸ਼ ਵਗੈਰਾ ਕਰਕੇ ਕੁਝ ਰਾਹਤ ਦਵਾ ਦਿੰਦਾ ਸੀ। ਵੱਡੀ ਗੱਲ ਸੀ ਆਵਾਜ਼, ਜਿਹਦਾ ਕਿ ਬੇਬੇ ਨੂੰ ਬਹੁਤ ਝੋਰਾ ਸੀ। ਹਾਂ, ਤੋਰਾ ਫੇਰਾ ਉਹਦਾ ਉਵੇਂ ਕਾਇਮ ਸੀ, ਪਰ ਹੁਣ ਹੌਲੀ ਹੌਲੀ ਤੁਰਦੀ
ਉਹਨੂੰ ਖੂੰਡੀ ਲੈ ਕੇ ਦਿੱਤੀ ਕਿ ਕਿਧਰੇ ਤੁਰਦੀ ਫਿਰਦੀ ਡਿੱਗੀ ਨਾ ਪਵੇ, ਪਰ ਉਹ ਖੂੰਡੀ ਕਿਧਰੇ ਰੱਖ ਕੇ ਭੁੱਲ ਜਾਂਦੀ ਤੇ ਬਿਨਾਂ ਖੂੰਡੀ ਦੇ ਹੀ ਮੌਜ ਨਾਲ ਤੁਰੀ ਫਿਰਦੀ। ਉਹਦਾ ਸਰੀਰ ਬਹੁਤ ਹੌਲਾ ਜਿਹਾ ਸੀ, ਜਿਸ ਕਰਕੇ ਤੁਰਨ ਫਿਰਨ ਵੱਲੋਂ ਉਹਨੂੰ ਕੋਈ ਸਮੱਸਿਆ ਨਹੀਂ ਸੀ ਹੁੰਦੀ। ਹੁਣ ਜਦੋਂ ਉਹ ਤੋਂ ਗੱਲਾਂ ਨਾ ਕਰ ਹੁੰਦੀਆਂ ਤਾਂ ਉਹ ਕਹਿੰਦੀ ਕਿ ਇੱਕ ਜਣਾ ਉਹਦੇ ਕੋਲ ਬੈਠਾ ਰਹੇ। ਉਹ ਕਦੇ ਵੀ ਇਕੱਲੀ ਨਾ ਬੈਠ ਸਕਦੀ, ਕਿਸੇ ਨਾ ਕਿਸੇ ਨੂੰ ਕੋਲ ਬਿਠਾ ਕੇ ਰੱਖਦੀ। ਪਹਿਲਾਂ ਮੈਂ ਜਦੋਂ ਕੋਈ ਕਿਤਾਬ ਪੜ੍ਹ ਰਿਹਾ ਹੁੰਦਾ ਜਾਂ ਕੁਝ ਲਿਖ ਰਿਹਾ ਹੁੰਦਾ ਤਾਂ ਉਹ ਕਹਿੰਦੀ ਕਿ ਕਿਉਂ ਅੱਖਾਂ ਗਾਲ ਰਿਹਾ, ਆ ਕੋਈ ਹੋਈ ਬੀਤੀ ਗੱਲਬਾਤ ਕਰੀਏ। ਹੁਣ ਇਸ਼ਾਰੇ ਨਾਲ ਸਮਝਾਉਂਦੀ ਕਿ ਤੂੰ ਕਿਤਾਬ ਪੜ੍ਹ, ਭਾਵੇਂ ਕੁਝ ਲਿਖ, ਪਰ ਮੇਰੇ ਕੋਲ ਬੈਠਾ ਰਹਿ। ਮੈਂ ਵਾਪਸ ਅਮਰੀਕਾ ਨੂੰ ਮੁੜਨ ਲੱਗਿਆ ਤਾਂ ਪੁੱਛਿਆ ਕਿ ਚੱਲ ਬੇਬੇ, ਤੂੰ ਅਮਰੀਕਾ ਚੱਲ, ਉੱਥੋਂ ਆਵਾਜ਼ ਦਾ ਇਲਾਜ ਹੋ ਜਾਊਗਾ। ਅੱਗੋਂ ਉਹਨੇ ਟੁੱਟੀ ਫੁੱਟੀ ਜੀ ਗੱਲ ਇਸ਼ਾਰਿਆਂ ਦੀ ਮਦਦ ਨਾਲ ਕਰਦਿਆਂ ਕਿਹਾ ਕਿ ਹੁਣ ਮੈਂ ਰਹਿਣਾ ਕਿੰਨਾ ਕੁ ਚਿਰ ਹੈ ਕਿ ਅਮਰੀਕਾ ਇਲਾਜ ਲਈ ਚੱਲਾਂ। ਹੁਣ ਤਾਂ ਕੁਝ ਦੇਰ ਦੇ ਹੀ ਮੇਲੇ ਹੈ। ਨਾਲ ਹੀ ਉਹਨੇ ਕਿਹਾ ਕਿ ਉਹ ਇਸ ਆਖਰੀ ਵਕਤ ਘਰ ਛੱਡ ਕੇ ਨਹੀਂ ਜਾਏਗੀ। ਘਰੇ ਵੀ ਉਹਦਾ ਖਾਸ ਥਾਂ ਹੁੰਦਾ, ਜਿੱਥੇ ਕਿ ਉਹ ਮੰਜਾ ਡਾਹੁੰਦੀ। ਕੋਠੀ ਦੇ ਵਿਚਕਾਰ ਇੱਕ ਪਾਸੇ ਇੱਕ ਅਲਮਾਰੀ ਸੀ। ਆਪਣਾ ਮੰਜਾ ਉਸ ਅਲਮਾਰੀ ਦੇ ਨਾਲ ਡਾਹ ਕੇ ਰੱਖਦੀ। ਅਲਮਾਰੀ 'ਚ ਉਹਦਾ ਪੁਰਾਣਾ ਰੇਡੀਓ ਪਿਆ ਸੀ, ਜੋ ਹੁਣ ਉਹਨੇ ਕਦੀ ਨਹੀਂ ਲਾਇਆ ਸੀ। ਇੱਕ ਪੁਰਾਣਾ ਟਾਈਮ ਪੀਸ ਸੀ, ਜਿਹਨੂੰ ਅੱਖਾਂ ਤੋਂ ਓਹਲੇ ਨਾ ਹੋਣ ਦਿੰਦੀ। ਮੰਜੇ ਤੇ ਬੈਠੀ ਉਹ ਬਾਰ-ਬਾਰ ਟਾਈਮ ਪੀਸ ਵੱਲ ਵੇਖਦੀ ਰਹਿੰਦੀ। ਸ਼ਾਇਦ ਉਹਨੇ ਵਕਤ ਮਿੱਥੇ ਹੋਏ ਸੀ, ਚਾਹ ਪੀਣ ਲਈ ਜਾਂ ਬਾਹਰ ਵਿਹੜੇ 'ਚ ਘੁੰਮਣ ਲਈ। ਇੱਕ ਬੈਟਰੀ ਰੱਖੀ ਹੁੰਦੀ, ਕਿੱਲੀ ਉੱਪਰ ਝੋਲਾ ਲਟਕਦਾ ਰਹਿੰਦਾ, ਜਿਸ 'ਚ ਉਹਦੀਆਂ ਦਵਾਈਆਂ ਹੁੰਦੀਆਂ। ਚਾਹ ਉਹ ਅਜੇ ਵੀ ਆਪ ਬਣਾਉਂਦੀ ਸੀ। ਅੰਦਰ ਤੋਂ ਬਿਨਾਂ ਬਾਹਰ ਬਹੁਤ ਪੁਰਾਣਾ ਅਮਰੂਦ ਦਾ ਬੂਟਾ ਸੀ। ਜੇਕਰ ਬੈਠਣਾ ਹੁੰਦਾ ਤਾਂ ਉਹਦੇ ਹੇਠਾਂ ਆਪਣਾ ਮੰਜਾ ਡਹਾਉਂਦੀ। ਫਿਰ ਉਹ ਜ਼ਿਆਦਾ ਢਿੱਲੀ ਹੋਣ ਲੱਗ ਪਈ। ਮਾਸੀ ਹੁਣ ਬਹੁਤਾ ਉਸ ਕੋਲ ਰਹਿੰਦੀ ਸੀ। 2015 ਦੇ ਸ਼ੁਰੂ ਜਿਹੇ 'ਚ ਮੰਜੇ ਤੇ ਬੈਠੀ ਝੁੱਕ ਕੇ ਬਾਹਰ ਨੂੰ ਵੇਖਦੀ ਸੀ ਕਿ ਡਿੱਗ ਪਈ ਤੇ ਬਾਂਹ ਟੁੱਟ ਗਈ। ਸ਼ਹਿਰ ਜਾ ਕੇ ਪਲਸਤਰ ਲਗਵਾਇਆ। ਸਾਰੇ ਫਿਕਰਮੰਦ ਸਨ ਕਿ ਇਸ ਉਮਰੇ ਹੱਡੀ ਦੇ ਟੁੱਟ ਜਾਣਾ ਬਹੁਤ ਮਾੜੀ ਗੱਲ ਹੋਈ, ਪਰ ਮਹੀਨੇ ਵਿੱਚ ਹੀ ਡਾਕਟਰ ਨੇ ਪਲਸਤਰ ਲਾ ਦਿੱਤਾ, ਕਿਉਂਕਿ ਹੱਡੀ ਜੁੜ ਚੁੱਕੀ ਸੀ। ਪਰ ਧੌਣ ਦਾ ਮਣਕਾ ਜਿਹਾ ਕਈ ਵਾਰ ਜ਼ਿਆਦਾ ਤੰਗ ਕਰਦਾ, ਕਈ ਵਾਰ ਤਾਂ ਉਹੀ ਲਟਕ ਜਾਂਦੀ, ਪਰ ਫਿਰ ਆਪੇ ਹੀ ਮਣਕਾ ਥਾਂ ਸਿਰ ਹੋ ਜਾਂਦਾ। ਉਂਝ ਹੁਣ ਦਿਸ ਰਿਹਾ ਸੀ ਕਿ ਬੇਬੇ ਦਿਨੋਂ ਦਿਨ ਘਟਦੀ ਜਾ ਰਹੀ ਹੈ। ਮੈਂ 2015 'ਚ ਜਾਣ ਦਾ ਲੇਟ ਕਰ ਦਿੱਤਾ। ਉਂਝ ਹਰ ਸਾਲ ਅਕਤੂਬਰ 'ਚ ਜਾਂਦਾ, 2 ਮਹੀਨੇ ਉੱਥੇ ਰਹਿਣਾ, ਪਰ ਇਸ ਵਾਰ ਸੋਚਿਆ ਚਲੋ ਅਗਾਂਹ ਮਾਰਚ 'ਚ ਜਾਊਂਗਾ। ਪਰ ਨਵੰਬਰ 'ਚ ਮਾਸੀ ਦਾ ਫੋਨ ਆ ਗਿਆ ਕਿ ਭਾਈ ਤੇਰੀ ਬੇਬੇ ਜ਼ਿਆਦਾ ਢਿੱਲੀ ਹੈ, ਤੁਸੀਂ ਇੱਕ ਜਣਾ ਆ ਜਾਓ। ਮੈਂ ਤੀਜੇ ਦਿਨ ਹੀ ਪਿੰਡ ਪਹੁੰਚ ਗਿਆ। ਗਾਂਹ ਜਾ ਕੇ ਵੇਖਿਆ ਬੇਬੇ ਬਹੁਤ ਨਿਢਾਲ ਹੋ ਚੁੱਕੀ ਸੀ, ਪਰ ਅਜੇ ਵੀ ਬਿਨਾਂ ਸੋਟੀ ਦੇ ਤੁਰੀ ਫਿਰਦੀ ਸੀ। ਬਾਥਰੂਮ ਵਗੈਰਾ ਆਪ ਜਾਂਦੀ ਸੀ। ਮੇਰੇ ਜਾਣ ਪਿੱਛੋਂ ਇੱਕ ਵਾਰ ਹਾਲਤ ਸੁਧਰ ਗਈ, ਪਰ ਫਿਰ ਖਰਾਬ ਹੋਣ ਲੱਗ ਪਈ। ਆਖਰ ਉਹਨੂੰ ਫੜ ਕੇ ਨਵਾਇਆ ਜਾਂਦਾ। ਬਾਥਰੂਮ ਵਰਤਣ ਵੇਲੇ ਵੀ ਕੰਮ ਕਰਨ ਵਾਲੀ ਕੁੜੀ ਕੋਲ ਖੜਦੀ। ਮੈਂ ਜਿਸ ਦਿਨ ਵਾਪਸ ਮੁੜਨਾ ਸੀ, ਬੇਬੇ ਨੇ ਕਿਹਾ ਮੈਂ ਅਗਲੇ ਦਿਨ ਸਵੇਰੇ ਤੇਰੇ ਨਾਲ ਗੱਲ ਕਰੂੰਗੀ, ਕਿਉਂਕਿ ਸਵੇਰੇ ਸਵੇਰੇ ਤਾਜ਼ਾ ਦਮ ਕੁਝ ਟੁੱਟਵੇਂ ਲਫ਼ਜ਼ ਬੋਲ ਲੈਂਦੀ ਸੀ। ਅਗਲੇ ਦਿਨ ਉਹਨੇ ਪਹਿਲਾਂ ਤਾਂ ਆਪਣੇ ਤੇ ਜ਼ਬਤ ਰੱਖਿਆ, ਫਿਰ ਰੋਣ ਲੱਗ ਗਈ। ਜਦੋਂ ਮਨ ਹੌਲਾ ਹੋਇਆ ਤਾਂ ਹੌਲੀ ਹੌਲੀ ਕਹਿਣ ਲੱਗੀ ਕਿ ਤੁਸੀਂ ਮੈਨੂੰ ਬੜੀ ਯਾਦ ਆਉਂਦੇ ਹੋ। ਸਾਰਾ ਦਿਨ ਕੰਧ ਵੱਲ ਵੇਖਦੀ ਤੁਹਾਡੀਆਂ ਸ਼ਕਲਾਂ ਚਿਤਵਦੀ ਰਹਿੰਦੀ ਹਾਂ। ਮੈਂ ਸਮਝਾਇਆ ਕਿ ਤੈਨੂੰ ਕੁਛ ਨਹੀਂ ਹੁੰਦਾ। ਇਸ ਗੱਲ ਤੇ ਸਿਰ ਮਾਰਦਿਆਂ ਉਹ ਇਸ਼ਾਰੇ ਨਾਲ ਕਹਿਣ ਲੱਗੀ ਕਿ ਇਹ ਸ਼ਾਇਦ ਆਪਣੀ ਆਖਰੀ ਮੁਲਾਕਾਤ ਹੈ। ਨਾਲ ਹੀ ਉਹਨੇ ਤਾਕੀਦ ਕੀਤੀ ਕਿ ਬਾਕੀ ਪਰਿਵਾਰਕ ਮੈਂਬਰਾਂ ਨੂੰ ਜਾਣਸਾਰ ਭੇਜ ਦੇਵਾਂ। ਮੈਂ ਟੁੱਟੇ ਦਿਲ ਨਾਲ ਪਿੰਡੋਂ ਤੁਰ ਪਿਆ ਤੇ ਵਾਪਸ ਅਮਰੀਕਾ ਪਹੁੰਚ ਗਿਆ। ਇਸ ਤੋਂ ਬਾਅਦ ਹਰਤੇਜ ਚਲਾ ਗਿਆ। ਉਹ 3 ਮਹੀਨੇ ਰਿਹਾ। ਜਦੋਂ ਉਹ ਅਪ੍ਰੈਲ ਮਹੀਨੇ ਵਾਪਸ ਆਇਆ ਤਾਂ ਉਦੋਂ ਠੰਡ ਲੰਘ ਚੁੱਕੀ ਸੀ ਤੇ ਬੇਬੇ ਦੀ ਹਾਲਤ ਫੇਰ ਸਥਿਰ ਹੋ ਗਈ ਸੀ। ਬਿਨਾਂ ਬੋਲਣ ਵਾਲੀ ਸਮੱਸਿਆ ਤੇ ਜਾਪਦਾ ਸੀ ਜਿਵੇਂ ਉਹਨੂੰ ਕੁਝ ਹੋਇਆ ਹੀ ਨਾ ਹੋਵੇ, ਪਰ ਆਵਾਜ਼ ਵਾਲਾ ਮਾਮਲਾ ਯਾਦ ਕਰਦਿਆਂ ਰੋਣ ਲੱਗ ਪੈਂਦੀ। ਨਾਲ ਹੀ ਹੱਥ ਨਾਲ ਸਮਝਾਉਂਦੀ ਵੀ ਜੇ ਉਹਨੂੰ ਲਿਖਣਾ ਆਉਂਦਾ ਹੁੰਦਾ ਤਾਂ ਉਹ ਇੰਨੀ ਤੰਗ ਨਾ ਹੁੰਦੀ। ਭਾਵ ਜੋ ਵੀ ਸਮੱਸਿਆ ਹੁੰਦੀ ਉਹ ਲਿਖ ਕੇ ਸਮਝਾ ਸਕਦੀ ਸੀ। ਪਰ ਪੜ੍ਹਾਈ ਲਿਖਾਈ ਵੱਲੋਂ ਤਾਂ ਬਿਲਕੁਲ ਕੋਰੀ ਰਹਿ ਗਈ ਸੀ। ਅਗਾਂਹ ਗਰਮੀਆਂ 'ਚ ਪਰਿਵਾਰ ਦੇ ਅਮਰੀਕਾ ਰਹਿੰਦੇ ਸਾਰੇ ਮੈਂਬਰ ਬੇਬੇ ਨੂੰ ਮਿਲਣ ਚਲੇ ਗਏ। ਉਹਦੇ ਬਾਅਦ ਮੋਹਨ ਚਲਾ ਗਿਆ। ਜਦੋਂ ਮੋਹਨ ਉੱਥੇ ਸੀ ਤਾਂ ਉਹਨੇ ਮੈਨੂੰ ਫੋਨ ਕਰਕੇ ਕਿਹਾ ਕਿ ਬੇਬੇ ਹੁਣ ਠੀਕ ਨਹੀਂ ਤੇ ਤੈਨੂੰ ਮਿਲਣਾ ਲੋਚਦੀ ਹੈ। ਮੈਂ ਵੀ ਜਾਣ ਦੀ ਤਿਆਰੀ ਕਰ ਲਈ। ਅਸੀਂ ਪ੍ਰਬੰਧ ਇਸ ਤਰ੍ਹਾਂ ਕੀਤਾ ਕਿ ਜੋ ਕੋਈ ਮੋਹਨ ਨੂੰ ਅਮਰੀਕਾ ਲਈ ਚੜ੍ਹਾਉਣ ਲਈ ਦਿੱਲੀ ਆਇਆ ਸੀ, ਮੈਂ ਉਸੇ ਨਾਲ ਦਿੱਲੀੋਂ ਪਿੰਡ ਨੂੰ ਚਲਿਆ ਗਿਆ। ਜਾਣੀ ਕਿ ਮੋਹਨ ਦੇ ਪਿੰਡੋਂ ਤੁਰਨ ਦੇ ਅਗਲੇ ਦਿਨ ਅਕਤੂਬਰ 11, 2016 ਨੂੰ ਮੈਂ ਪਿੰਡ ਪਹੁੰਚ ਗਿਆ। ਮੈਨੂੰ ਇੱਕਦਮ ਸਾਹਮਣੇ ਵੇਖ ਕੇ ਬੇਬੇ ਦੇ ਹੰਝੂ ਨਿਕਲ ਗਏ, ਪਰ ਹੁਣ ਉਹ ਜ਼ਿਆਦਾ ਨਾ ਰੋਈ। ਉਹਦੀ ਖੱਬੀ ਅੱਖ ਲਾਲ ਹੋ ਗਈ ਤੇ ਉਸੇ ਅੱਖ 'ਚੋਂ ਕੁਝ ਹੰਝੂ ਢਿਲਕੇ। ਉਹ ਮੇਰੇ ਵੱਲ ਵੇਖਦੀ ਰਹੀ। ਮੈਂ ਹੱਥ ਫੜ ਕੇ ਪੁੱਛਿਆ ਕਿਵੇਂ ਹੈ, ਤਾਂ ਉਹਨੇ ਨਾਂਹ 'ਚ ਸਿਰ ਮਾਰਤਾ। ਇਸ਼ਾਰਾ ਕਰਦਿਆਂ ਸਮਝਾਇਆ ਕਿ ਤੂੰ ਆ ਗਿਆ, ਬਸ ਬਹੁਤ ਹੈ। ਤੇ ਫਿਰ ਉੱਪਰ ਵੱਲ ਨੂੰ ਇਸ਼ਾਰਾ ਕਰਦਿਆਂ ਖੱਬੇ ਹੱਥ ਦੀਆਂ ਉਂਗਲਾਂ ਜਿਹੀਆਂ
ਗਿਣਨ ਲੱਗ ਪਈ। ਮੈਂ ਸਮਝ ਗਿਆ, ਕਹਿ ਰਹੀ ਹੈ ਵੀ ਗਿਣਤੀ ਦੇ ਦਿਨ ਹਨ। ਮੈਂ ਵੇਖਿਆ ਬੇਬੇ ਬਿਲਕੁਲ ਹੱਡੀਆਂ ਦੀ ਮੁੱਠੀ ਬਣ ਕੇ ਰਹਿ ਗਈ ਸੀ। ਖੱਬੇ ਹੱਥ ਤੋਂ ਬਿਨਾਂ ਉਹ ਤੋਂ ਸਰੀਰ ਦਾ ਕੋਈ ਹੋਰ ਅੰਗ ਆਪੇ ਨਹੀਂ ਹਿਲਾਇਆ ਜਾਂਦਾ ਸੀ। ਚੁੱਕ ਕਈ ਬਾਥਰੂਮ ਲਿਜਾਣਾ ਪੈਂਦਾ ਸੀ, ਫੜ ਕੇ ਉਠਾਉਣਾ ਪੈਂਦਾ ਸੀ, ਪਰ ਸੋਝੀ ਉਹਨੂੰ ਪੂਰੀ ਸੀ। ਖੱਬਾ ਹੱਥ ਹੌਲੀ ਹੌਲੀ ਹਿਲਾਉਂਦੀ ਕਹਿਣ ਲੱਗੀ ਕਿ ਮੇਰੇ ਕੋਲ ਬੈਠ ਜਾ। ਕਾਫੀ ਦੇਰ ਮੈਂ ਬੈਠਾ ਰਿਹਾ। ਫਿਰ ਕੋਈ ਹੋਰ ਪਰਿਵਾਰਕ ਮੈਂਬਰ ਆ ਬੈਠਿਆ ਤਾਂ ਮੈਂ ਉੱਠ ਕੇ ਬਾਹਰ ਆ ਗਿਆ। 2 ਕੁ ਦਿਨਾਂ 'ਚ ਮੈਂ ਵੇਖਿਆ ਕਿ ਹੁਣ ਬੇਬੇ ਬਹੁਤ ਔਖੀ ਹੋ ਰਹੀ ਹੈ। ਹਰ ਦਿਨ ਉਹਦਾ ਸਰੀਰ ਘਟੀ ਜਾ ਰਿਹਾ। ਹੁਣ ਉਹ ਤੋਂ ਰੋਟੀ ਨਹੀਂ ਖਾ ਹੁੰਦੀ ਸੀ। ਉਹਨੂੰ ਤਰਲ ਜਿਹਾ ਖਾਣਾ ਚਮਚਿਆਂ ਨਾਲ ਦਿੰਦੇ ਸੀ, ਜਿਵੇਂ ਦੁੱਧ, ਚੌਲ, ਦਲੀਆ ਵਗੈਰਾ। ਹਾਂ, ਚਾਹ ਲਈ ਉਹ ਅੱਧੇ ਕੁ ਘੰਟੇ ਬਾਅਦ ਹੀ ਇਸ਼ਾਰਾ ਕਰ ਦਿੰਦੀ ਸੀ। 5 ਕੁ ਦਿਨਾਂ ਬਾਅਦ ਬਹੁਤ ਹੀ ਨਿਢਾਲ ਹੋ ਗਈ ਤੇ ਡਾਕਟਰ ਨੂੰ ਫੋਨ ਕੀਤਾ। ਕਹਿਣ ਲੱਗਾ ਕਿ ਉਸ ਕੋਲ ਲੈ ਆਓ। ਫਿਰ ਬੇਬੇ ਨੂੰ ਮਾਨਸਾ ਲਿਜਾਣ ਦੀ ਤਿਆਰੀ ਕਰਨ ਲੱਗੇ ਤਾਂ ਨਾ 'ਚ ਸਿਰ ਮਾਰੀ ਜਾਵੇ। ਕਹਿ ਰਹੀ ਸੀ ਕਿ ਉਹ ਘਰੋਂ ਜਾਣਾ ਨਹੀਂ ਚਾਹੁੰਦੀ। ਮਸਾਂ ਸਮਝਾਇਆ ਵੀ ਸਿਰਫ ਵਿਖਾਉਣ ਲਈ ਲਿਜਾਣਾ। ਖੈਰ ਡਾਕਟਰ ਨੇ ਗਲੂਕੋਜ਼ ਵਗੈਰਾ ਲਾਇਆ ਤਾਂ ਬੇਬੇ ਦਾ ਸਰੀਰ ਕੁਝ ਟਹਿਕ 'ਚ ਹੋ ਗਿਆ, ਪਰ ਉਹ ਪਿੰਡ ਮੁੜਨ ਦੀ ਜ਼ਿੱਦ ਕਰ ਰਹੀ ਸੀ। ਡਾਕਟਰ ਨੇ ਦੱਸਿਆ ਤਾਂ ਉਹਨੇ ਕਿਹਾ ਕਿ ਸਿਰਫ ਗਲੂਕੋਜ਼ ਹੀ ਲਾਉਣਾ ਹੈ ਤੇ ਤੁਸੀਂ ਪਿੰਡ ਲਵਾ ਲਿਓ। ਉਹਨੇ ਇਹਦਾ ਪ੍ਰਬੰਧ ਕਰਤਾ। 1 ਰਾਤ ਰਹਿ ਕੇ ਅਗਲੇ ਦਿਨ ਪਿੰਡ ਆ ਗਏ। ਗਲੂਕੋਜ਼ ਪਿੰਡੋਂ ਹੀ ਲਿਆਉਣਾ ਸ਼ੁਰੂ ਕਰਤਾ। ਇਸ ਨਾਲ ਸਰੀਰ ਤਾਂ ਕੁਝ ਠੀਕ ਹੋ ਗਿਆ। ਫਿਰ ਇਹਦਾ ਇੱਕ ਸਾਈਡ ਇਫੈਕਟ ਹੋ ਗਿਆ। ਉਹ ਇਹ ਕਿ ਗਲੂਕੋਜ਼ ਨਾਲ ਉਹਦੇ ਗਲੇ 'ਚ ਖੰਘਾਰ ਜਿਹੇ ਆਉਣ ਲੱਗ ਪਏ। ਜਿਸ ਤਰ੍ਹਾਂ ਛੋਟੇ ਜਵਾਕਾਂ ਤੋਂ ਖੰਘਾਰ ਆਪੇ ਬਾਹਰ ਨਹੀਂ ਸੁੱਟਿਆ ਜਾਂਦਾ, ਉਸੇ ਤਰ੍ਹਾਂ ਬੇਬੇ ਇੰਨੀ ਕਮਜ਼ੋਰ ਪੈ ਚੁੱਕੀ ਸੀ ਕਿ ਨਾ ਉਹ ਤੋਂ ਖੰਘਾਰ ਬਾਹਰ ਸੁੱਟਿਆ ਜਾਂਦਾ ਸੀ, ਨਾ ਹੀ ਅੰਦਰ ਲਗਾਇਆ ਜਾਂਦਾ। ਇਸ ਹਾਲਤ 'ਚ ਉਹ ਤੋਂ ਕੁਝ ਖਾ ਪੀ ਵੀ ਨਹੀਂ ਹੋ ਰਿਹਾ ਸੀ। ਡਾਕਟਰ ਨੂੰ ਪੁੱਛਿਆ ਤਾਂ ਉਹਨੇ ਗਲੂਕੋਜ਼ ਬੰਦ ਕਰਵਾ ਕੇ ਇੱਕ ਹੋਰ ਦਵਾਈ ਦੇ ਦਿੱਤੀ, ਜਿਸ ਨਾਲ ਗਲਾ ਖੁਸ਼ਕ ਹੋ ਗਿਆ। 22 ਅਕਤੂਬਰ ਦੇ ਦਿਨ ਤਾਂ ਜਾਪਿਆ ਜਿਵੇਂ ਬੇਬੇ ਚੰਗੀ ਭਲੀ ਹੋਵੇ। ਉਹਨੇ ਇਸ਼ਾਰੇ ਨਾਲ ਕਿਹਾ ਕਿ ਉਹਨੇ ਵਿਹੜੇ 'ਚ ਘੁੰਮਣਾ ਹੈ। 2 ਜਣੇ ਉਹਨੂੰ ਫੜ ਕੇ ਵਿਹੜੇ 'ਚ ਲਈ ਫਿਰੇ। ਉਹ ਹਰ ਪਾਸੇ ਬੜੀ ਨੀਝ ਨਾਲ ਤੇ ਉਦਾਸੀਆਂ ਨਜ਼ਰਾਂ ਨਾਲ ਵੇਖ ਰਹੀ ਸੀ। ਮੈਂ ਉਹਦੀ ਤਮੰਨਾ ਸਮਝ ਰਿਹਾ ਸੀ, ਇਸ ਕਰਕੇ ਸਾਰਾ ਘਰ ਉਹਨੂੰ ਵਿਖਾਇਆ। ਬਾਹਰ ਬੀਹੀ ਤੱਕ ਵੀ ਲੈ ਕੇ ਆਏ। ਉਹਨੇ ਸਾਨੂੰ ਬਾਰ 'ਚ ਕਾਫੀ ਦੇਰ ਰੋਕੀ ਰੱਖਿਆ। ਬਾਹਰ ਬੀਹੀ ਵੱਲ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਵੇਖਦੀ ਰਹੀ। ਆਖਰ ਉਹਨੂੰ ਵਾਪਸ ਲਿਜਾ ਕੇ ਮੰਜੇ ਤੇ ਬਿਠਾ ਦਿੱਤਾ। ਮਾਸੀ ਕਹਿਣ ਲੱਗੀ ਵੀ ਭਾਈ ਹੁਣ ਇਹ ਕੁਝ ਠੀਕ ਜਾਪਦੀ ਹੈ ਤੇ ਮੈਂ ਵੀ ਇੱਕ ਦਿਨ ਲਈ ਆਪਣੇ ਪਿੰਡ ਗੇੜਾ ਮਾਰ ਆਵਾਂ। ਮਾਸੀ ਪਿਛਲੇ ਤਕਰੀਬਨ ਸਾਲ ਭਰ ਤੋਂ ਬੇਬੇ ਕੋਲ ਹੀ ਰਹਿੰਦੀ ਸੀ। 15-20 ਦਿਨਾਂ ਬਾਅਦ ਆਪਣੇ ਪਿੰਡ ਚੱਕਰ ਮਾਰ ਆਉਂਦੀ ਸੀ, ਪਰ ਜ਼ਿਆਦਾ ਵਕਤ ਬੇਬੇ ਕੋਲ ਹੀ ਗੁਜ਼ਾਰਦੀ ਸੀ। ਹੁਣ ਉਹ ਕਾਫੀ ਦਿਨਾਂ ਤੋਂ ਪਿੰਡ ਨਹੀਂ ਗਈ ਸੀ ਤੇ ਅੱਜ ਬੇਬੇ ਦੀ ਹਾਲਤ ਠੀਕ ਵੇਖ ਕੇ ਉਹ ਇੱਕ ਦਿਨ ਲਈ ਪਿੰਡ ਨੂੰ ਚਲੀ ਗਈ। ਉਸ ਰਾਤ ਬੇਬੇ ਠੀਕ ਰਹੀ। ਇਸ਼ਾਰਾ ਕਰਦਿਆਂ ਰਾਤ ਨੂੰ ਲੈਣ ਵਾਲੀ ਦਵਾਈ ਲਈ, ਪਰ ਸਵੇਰ ਵੇਲੇ ਛੋਟਾ ਭਰਾ ਮੈਨੂੰ ਚਾਹ ਫੜਾਉਣ ਆਇਆ ਤਾਂ ਉਹਦਾ ਉਦਾਸ ਲਹਿਜੇ 'ਚ ਬੋਲਿਆ ਕਿ ਅੱਜ ਬੇਬੇ ਬਹੁਤ ਮੁਰਝਾਈ ਹੋਈ ਹੈ। ਮੈਂ ਕਿਹਾ ਵੀ ਕੱਲ ਤਾਂ ਠੀਕ ਜਾਪਦੀ ਸੀ। ਕਹਿਣ ਲੱਗਾ ਕਿ ਹੁਣ ਜਦੋਂ ਬਾਥਰੂਮ ਵਗੈਰਾ ਲਿਜਾਂਦੇ ਆ ਜਾਂ ਕੁਝ ਖਵਾਉਣ ਪਿਆਉਣ ਲੱਗਦੇ ਆ ਤਾਂ ਉਹਦੀ ਧੌਣ ਸਿੱਧੀ ਨਹੀਂ ਖੜਦੀ, ਇੱਕ ਪਾਸੇ ਨੂੰ ਢਿਲਕ ਜਾਂਦੀ ਹੈ, ਜਿਵੇਂ ਬੇਜਾਨ ਹੋਵੇ। ਮੈਂ ਕੋਲ ਗਿਆ ਤਾਂ ਅੱਧ ਖੁੱਲੀਆਂ ਜਿਹੀਆਂ ਅੱਖਾਂ ਮੁੰਦੀ ਪਈ ਸੀ। ਮੈਂ ਉਹਦਾ ਖੱਬਾ ਹੱਥ ਹਿਲਾ ਕੇ ਪੁੱਛਿਆ ਕਿਵੇਂ ਹੈ। ਪਹਿਲਾਂ ਤਾਂ ਉਹਨੇ ਕੋਈ ਇਸ਼ਾਰਾ ਨਾ ਦਿੱਤਾ। ਫਿਰ ਮੈਂ ਜ਼ੋਰ ਨਾਲ ਪੁੱਛਿਆ ਤਾਂ ਉਹਨੇ ਮੇਰਾ ਹੱਥ ਘੁੱਟ ਲਿਆ ਤੇ ਫਿਰ ਮੇਰੇ ਵੱਲ ਨੂੰ ਸਿਰ ਘੁਮਾਇਆ। ਉਹਦੀ ਸੱਜੀ ਅੱਖ ਲਾਲ ਹੋ ਕੇ ਹੰਝੂ ਨਾਲ ਭਿੱਜ ਗਈ। ਸਾਰੇ ਸਮਝ ਗਏ ਵੀ ਅੱਜ ਬੇਬੇ ਜ਼ਿਆਦਾ ਢਿੱਲੀ ਹੈ। ਉਹਨੂੰ ਬੁਲਾਉਂਦੇ ਤਾਂ ਅੱਖ ਪੱਟ ਕੇ ਵੇਖਦੀ, ਨਹੀਂ ਤਾਂ ਫਿਰ ਬੇਹੋਸ਼ੀ ਜਿਹੀ 'ਚ ਚਲੀ ਜਾਂਦੀ। ਉਹਨੂੰ ਚਾਹ ਪਿਆਉਣ ਦੀ ਕੋਸ਼ਿਸ਼ ਕੀਤੀ ਤਾਂ ਅੱਜ ਉਹਨੇ ਸਿਰਫ 2 ਕੁ ਚਮਚੇ ਪੀਤੇ। ਵਾਪਸ ਮੰਜੇ ਤੇ ਪਾ ਦਿੱਤਾ ਤਾਂ ਉਹ ਫਿਰ ਬੇਹੋਸ਼ੀ ਜਿਹੀ 'ਚ ਜਾਣ ਲੱਗੀ। ਇਹ ਵੇਖਦਿਆਂ ਅਸੀਂ ਬਾਰ-ਬਾਰ ਬੁਲਾਉਂਦੇ, ਜਿਵੇਂ ਕਿਸੇ ਜਵਾਕ ਨੂੰ ਸੌਣ ਤੋਂ ਰੋਕਦੇ ਹੁੰਦੇ ਆ। ਹੌਲੀ ਹੌਲੀ ਦਿਨ ਅਗਾਂਹ ਵਧਣ ਲੱਗਿਆ। 10 ਕੁ ਵਜੇ ਨੂੰ ਬੇਬੇ ਦੀ ਹਾਲਤ ਪਹਿਲਾਂ ਨਾਲੋਂ ਖਰਾਬ ਸੀ। ਜਾਪ ਰਿਹਾ ਸੀ ਜਿਵੇਂ ਕਿ ਉਹਨੇ ਤਿਆਰੀ ਆਰੰਭ ਕਰ ਲਈ ਹੋਵੇ। ਮੈਂ ਪੂਰੇ ਗੌਰ ਨਾਲ ਬੇਬੇ ਵੱਲ ਵੇਖਿਆ ਤਾਂ ਮੈਨੂੰ ਲੱਗਿਆ ਕਿ ਵਾਕਈ ਬੇਬੇ ਅੱਜ ਹੋਰ ਹੀ ਤਰ੍ਹਾਂ ਲੱਗ ਰਹੀ ਹੈ। ਮੈਂ ਨੇੜੇ ਹੋ ਕੇ ਬੁਲਾਇਆ, ਪਰ ਉਹਨੇ ਮੇਰੇ ਵੱਲ ਕੋਈ ਧਿਆਨ ਨਾ ਦਿੱਤਾ। ਉਵੇਂ ਹੀ ਸਾਹਮਣੇ ਵੱਲ ਵੇਖਦਿਆਂ ਪਈ ਰਹੀ, ਸਿਰਫ ਇੱਕੋ ਜਗ੍ਹਾ ਟਿਕੀ ਹੋਈ ਨਜ਼ਰ। ਵਾਹਵਾ ਦੇਰ ਬਾਅਦ ਅੱਖ ਝਮਕਦੀ ਸੀ। ਇਹ ਵਰਤਾਰਾ ਸਹਿਜ ਨਹੀਂ ਸੀ। ਆਮ ਤੌਰ ਤੇ ਬੁਲਾਉਣ ਉਪਰੰਤ ਉਹ ਜ਼ਰੂਰ ਇੱਕ ਵਾਰ ਅੱਖ ਚੁੱਕ ਕੇ ਬੁਲਾਉਣ ਵਾਲੇ ਵੱਲ ਵੇਖਦੀ ਹੁੰਦੀ ਸੀ। ਉਹਦੀ ਹਾਲਤ ਠੀਕ ਨਹੀਂ ਸੀ, ਪਰ ਉਂਝ ਉਹ ਪੂਰੀ ਸੋਝੀ 'ਚ ਸੀ। ਮੈਂ ਬੜੀ ਦਰਦ ਭਰੀ ਆਵਾਜ਼ ਨਾਲ ਉਹਦੇ ਕੰਨ ਕੋਲ ਮੂੰਹ ਕਰਕੇ ਉੱਚੀ ਆਵਾਜ਼ 'ਚ ਬੋਲਿਆ, ਬੇਬੇ ਲੱਗਦਾ ਹੈ ਵੀ ਤੂੰ ਤਿਆਰੀ ਕਰ ਲਈ ਹੈ। ਚੱਲ ਤੇਰੀ ਮਰਜ਼ੀ ਆ ਬੇਬੇ। ਮੇਰੇ ਦਰਦ ਭਰੇ ਬੋਲ ਸੁਣ ਕੇ ਉਹਨੇ ਹੌਲੀ ਹੌਲੀ ਧੌਣ ਘੁਮਾਉਂਦਿਆਂ ਮੇਰੇ ਵੱਲ ਨੀਝ ਲਾ ਕੇ ਵੇਖਿਆ। ਫਿਰ ਉਹ ਲਗਾਤਾਰ ਮੇਰੇ ਵੱਲ ਬਿਨਾਂ ਪਲਕ ਝਪਕਿਆਂ ਝਾਕਦੀ ਰਹੀ। ਆਖਰ ਉਹਦੀ ਸੱਜੀ ਅੱਖ 'ਚ ਪਾਣੀ ਆ ਗਿਆ। ਹੰਝੂ ਕਿਰਨ ਲੱਗੇ ਤਾਂ
ਉਹਨੇ ਮੂੰਹ ਪਰੇ ਹਟਾ ਲਿਆ। ਜਾਪ ਰਿਹਾ ਸੀ ਜਿਵੇਂ ਉਸ ਉੱਪਰ ਬੇਹੋਸ਼ੀ ਛਾ ਰਹੀ ਹੋਵੇ। ਜਿਸ ਤਰ੍ਹਾਂ ਕਈ ਵਾਰ ਡਾਕਟਰ ਕਿਸੇ ਮਰੀਜ਼ ਨੂੰ ਕੋਈ ਨਸ਼ੇ ਵਾਲੀ ਦਵਾਈ ਦਿੰਦੇ ਹੈ ਸੌਣ ਵਾਸਤੇ ਜਾਂ ਕਿਸੇ ਆਪਰੇਸ਼ਨ ਤੋਂ ਪਹਿਲਾਂ, ਤੇ ਦਵਾਈ ਦੇ ਅਸਰ ਨਾਲ ਮਰੀਜ਼ ਦੀਆਂ ਅੱਖਾਂ ਬੰਦ ਹੋਣ ਲੱਗਦੀਆਂ। ਫਿਰ ਮਰੀਜ਼ ਹੌਲੀ ਹੌਲੀ ਮਧੋਸ਼ੀ ਵਰਗੀ ਨੀਂਦ 'ਚ ਚਲਾ ਜਾਂਦਾ ਹੈ। ਉਵੇਂ ਅੱਜ ਬੇਬੇ ਕਰ ਰਹੀ ਸੀ। ਜਦੋਂ ਹੀ ਜ਼ੋਰ ਦੇ ਕੇ ਬੁਲਾਉਂਦੇ ਹੌਲੀ ਹੌਲੀ ਅੱਖਾਂ ਪੁੱਟਦੀ। ਕੁਝ ਕੁ ਸੈਕਿੰਡ ਵੇਖਣ ਪਿੱਛੋਂ ਉਹਦੀਆਂ ਅੱਖਾਂ ਫਿਰ ਮਧੋਸ਼ੀ ਜਿਹੀ ਵਾਂਗ ਮਿਚ ਜਾਂਦੀਆਂ। ਫਿਰ ਉਹਦਾ ਸਾਹ ਤੇਜ਼ ਹੋਣ ਲੱਗ ਪਿਆ। ਮੈਨੂੰ ਜਾਪਿਆ ਕਿ ਇਹ ਵਰਤਾਰਾ ਆਮ ਨਹੀਂ ਹੈ। ਮੈਂ ਉਹਦੀ ਨਬਜ਼ ਵੇਖਣ ਲੱਗਿਆ। ਇਹ ਇਸ ਵੇਲੇ 1 ਮਿੰਟ ਵਿੱਚ 100 ਦੇ ਲਗਭਗ ਚੱਲ ਰਹੀ ਸੀ। ਹੌਲੀ ਹੌਲੀ ਤੇਜ਼ ਹੁੰਦੀ ਜਾ ਰਹੀ ਸੀ। ਅਸੀਂ ਘਰ ਦੇ ਸਾਰੇ ਮੈਂਬਰ ਉਹਦੇ ਮੰਜੇ ਦੇ ਆਲੇ ਦੁਆਲੇ ਬੈਠ ਗਏ। ਹਰ ਕੋਈ ਰੋ ਰਿਹਾ ਸੀ, ਪਰ ਮੈਂ ਸਭ ਨੂੰ ਸਮਝਾ ਰਿਹਾ ਸੀ ਕਿ ਬਜਾਏ ਰੋਣ ਧੋਣ ਦੇ ਇਸ ਵੇਲੇ ਬੇਬੇ ਨਾਲ ਆਖਰੀ ਵਕਤ ਸਹਿਜ ਹੋ ਕੇ ਲੰਘਾਓ। ਫਿਰ ਮੈਂ ਵੈਦ ਬਿੰਦਰ ਸਿੰਘ ਨੂੰ ਬੁਲਾ ਲਿਆ। ਉਹ ਆਇਆ ਤੇ ਉਹਨੇ ਨਬਜ਼ ਵਗੈਰਾ ਵੇਖੀ। ਫਿਰ ਉਹਨੇ ਬਾਰ-ਬਾਰ ਪੁਕਾਰ ਕੇ ਬੇਬੇ ਨੂੰ ਬੁਲਾਇਆ। ਕਈ ਵਾਰ ਬੁਲਾਉਣ ਪਿੱਛੋਂ ਬੇਬੇ ਨੇ ਅੱਖ ਪੱਟੀ ਤੇ ਬਿੰਦਰ ਸਿੰਘ ਵੱਲ ਵੇਖਿਆ। ਬਿੰਦਰ ਸਿੰਘ ਨੇ ਕੁਝ ਪੁੱਛਣ ਦੀ ਕੋਸ਼ਿਸ਼ ਕੀਤੀ, ਪਰ ਬੇਬੇ ਨੂੰ ਕੁਝ ਕਿਹਾ ਉਸ ਵੱਲ ਵੇਖਦੀ ਰਹੀ। ਉਹਦੀ ਖੱਬੀ ਅੱਖ 'ਚੋਂ ਹੰਝੂ ਘਿਰੇ ਤੇ ਉਹ ਸਾਹਮਣੇ ਵੇਖਣ ਲੱਗੀ। ਅੱਖਾਂ ਪੂਰੀਆਂ ਨਹੀਂ ਸਨ ਮਿਚੀਆਂ ਹੋਈਆਂ, ਸਗੋਂ ਅੱਧ ਮਿਚੀਆਂ ਜੀਆਂ ਨਜ਼ਰਾਂ ਨਾਲ ਉਹ ਸਾਹਮਣੇ ਵੇਖ ਰਹੀ ਸੀ। ਵਿੱਚ ਵਿੱਚ ਦੀ ਉਹ ਅੱਖਾਂ ਝਮਕ ਵੀ ਲੈਂਦੀ ਸੀ, ਪਰ ਕਈ ਵਾਰੀ ਤਾਂ ਪੂਰਾ ਮਿੰਟ ਭਰ ਅੱਖ ਨਹੀਂ ਝਮਕਦੀ ਸੀ। ਬਿੰਦਰ ਸਿੰਘ ਨੇ ਮੈਨੂੰ ਪਾਸੇ ਕਰਕੇ ਕਿਹਾ, ਬੇਬੇ ਨੇ ਆਖਰੀ ਸਫ਼ਰ ਵੱਲ ਵਧਣਾ ਸ਼ੁਰੂ ਕਰ ਦਿੱਤਾ। ਹੁਣ ਤਾਂ ਵਕਤ 'ਤੇ ਹੀ ਨਿਰਭਰ ਕਰਦਾ ਹੈ। ਹੋ ਸਕਦਾ ਹੈ ਘੰਟਾ ਹੋਰ ਲੰਘ ਜੇ ਜਾਂ ਹੋ ਸਕਦਾ ਹੈ ਰਾਤ ਵੀ ਲੰਘ ਜਾਏ, ਪਰ ਸਫ਼ਰ ਸ਼ੁਰੂ ਹੋ ਚੁੱਕਿਆ। ਬਿੰਦਰ ਸਿੰਘ ਇਹ ਕਹਿ ਕੇ ਚਲਾ ਗਿਆ। ਮੈਂ ਵੀ ਸਾਰੇ ਪਰਿਵਾਰਕ ਮੈਂਬਰਾਂ ਨੂੰ ਸਮਝਾਇਆ ਕਿ ਇਸ ਵੇਲੇ ਆਪਾਂ ਧੀਰਜ ਤੋਂ ਕੰਮ ਲਈਏ। ਜਿੰਨਾ ਚਿਰ ਵੀ ਬੇਬੇ ਆਪਣੇ ਕੋਲ ਹੈ ਇਹਦੀ ਹੋਂਦ ਨੂੰ ਮਾਣੀਏ। ਅਸੀਂ ਆਲੇ ਦੁਆਲੇ ਬੈਠ ਗਏ। ਮੈਂ ਨਬਜ਼ ਵੇਖੀ। ਇਹ ਇਸ ਵੇਲੇ 100 ਤੋਂ ਲੰਘ ਚੁੱਕੀ ਸੀ। ਸਾਹ ਚੱਲ ਵੀ ਜ਼ੋਰ ਨਾਲ ਰਿਹਾ ਸੀ। ਚਿਹਰੇ ਉੱਪਰ ਤਣਾਅ ਸੀ, ਪਰ ਉਂਝ ਉਹਨੂੰ ਤਕਲੀਫ ਕੋਈ ਨਹੀਂ ਦਿਸ ਰਹੀ ਸੀ। ਮੈਂ ਘੜੀ ਵੱਲ ਵੇਖਦਿਆਂ ਮਾਸੀ ਨੂੰ ਫੋਨ ਮਿਲਾਇਆ। ਉਹਨੇ ਦੱਸਿਆ ਕਿ ਉਹ ਬੱਸ 'ਚ ਆ ਰਹੀ ਹੈ ਤੇ ਅਜੇ ਮਾਨਸਾ ਤੋਂ ਕਿਧਰੇ ਪਿੱਛੇ ਹੀ ਹੈ। ਮੈਨੂੰ ਅਹਿਸਾਸ ਹੋਇਆ ਕਿ ਮਾਸੀ ਨੂੰ ਛੇਤੀ ਲਿਆਉਣਾ ਚਾਹੀਦਾ ਹੈ। ਇਸ ਲਈ ਮੈਂ ਮੁੰਡੇ ਨੂੰ ਕਾਰ ਦੇ ਕੇ ਤੋਰ ਦਿੱਤਾ ਕਿ ਜਿੱਥੇ ਵੀ ਮਾਸੀ ਵਾਲੀ ਬੱਸ ਟੱਕਰੇ ਉਹ ਮਾਸੀ ਨੂੰ ਉਤਾਰ ਕੇ ਕਾਰ 'ਚ ਜਲਦੀ ਲੈ ਆਵੇ। ਮੇਰੇ ਦਿਲ 'ਚ ਇਹ ਗੱਲ ਬਾਰ-ਬਾਰ ਆ ਰਹੀ ਸੀ ਕਿ ਬੇਹੋਸ਼ੀ 'ਚ ਜਾਣ ਤੋਂ ਪਹਿਲਾਂ ਦੋਨਾਂ ਭੈਣਾਂ ਦੀ ਨਜ਼ਰ ਸਾਂਝ ਹੋ ਜਾਏ ਤਾਂ ਬੜੀ ਚੰਗੀ ਗੱਲ ਹੋਏਗੀ। ਆਪਣੇ ਹਿਸਾਬ ਤਾਂ ਅਸੀਂ ਮਾਸੀ ਅਗਲੇ ਦਿਨ ਹੀ ਵਾਪਸ ਆ ਰਹੀ ਸੀ, ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਬੇਬੇ ਤਾਂ ਹੁਣ ਜਾਣ ਵਾਲੀ ਹੈ। ਮੈਂ ਚਾਹੁੰਦਾ ਸੀ ਮਾਸੀ ਛੇਤੀ ਪਹੁੰਚ ਜਾਏ। ਮੁੰਡਾ ਕਾਰ ਲੈ ਕੇ ਲੈਣ ਚਲਾ ਗਿਆ। ਇੱਧਰ ਪਿੱਛੇ ਅਸੀਂ ਹਰ 5-7 ਮਿੰਟ ਬਾਅਦ ਬੇਬੇ ਨੂੰ ਜ਼ੋਰ-ਜ਼ੋਰ ਦੀ ਬੁਲਾਉਂਦੇ ਸੀ। ਕਾਫੀ ਦੇਰ ਪਿੱਛੋਂ ਸਾਡੇ ਨਾਲ ਅੱਖ ਮਿਲਾਉਂਦੀ ਸੀ। ਥੋੜ੍ਹਾ ਜਿਹਾ ਵੇਖ ਕੇ ਫਿਰ ਸਾਹਮਣੇ ਵੇਖਣ ਲੱਗ ਜਾਂਦੀ ਸੀ। ਫਿਰ 12 ਕੁ ਵਜੇ ਦੇ ਲਗਭਗ ਉਹਨੇ ਅਚਾਨਕ ਅੱਖ ਪੁੱਟੀ ਤੇ ਹੌਲੀ ਹੌਲੀ ਆਲੇ ਦੁਆਲੇ ਸਿਰ ਘੁਮਾ ਕੇ ਵੇਖਿਆ। ਉਹਨੇ ਇੱਕ ਵਾਰ ਸਾਰਿਆਂ ਵੱਲ ਵੇਖਿਆ, ਫਿਰ ਤੋਂ ਨਜ਼ਰ ਘੁਮਾਈ। ਫਿਰ ਉਹਨੇ ਅੱਖਾਂ ਭਰ ਲਈਆਂ ਤੇ ਨਜ਼ਰਾਂ ਪਾਸੇ ਹਟਾ ਲਈਆਂ। ਮੈਂ ਤੁਰੰਤ ਸਮਝ ਗਿਆ ਕਿ ਆਪਣੀ ਭੈਣ ਜਾਣੀ ਮਾਸੀ ਨੂੰ ਲੱਭ ਰਹੀ ਹੈ। ਹੁਣ ਉਹਦਾ ਸਾਹ ਧੌਂਕਣੀ ਦੀ ਤਰ੍ਹਾਂ ਚੱਲਣ ਲੱਗ ਪਿਆ ਸੀ। ਇੰਨੇ ਨੂੰ ਮਾਸੀ ਆ ਗਈ। ਉਹ ਰੋਂਦੀ ਹੋਈ ਭੱਜ ਕੇ ਅੰਦਰ ਆਈ। ਬੇਬੇ ਦੇ ਕੋਲ ਬਹਿ ਕੇ ਉਹਨੂੰ ਬੁਲਾਉਣ ਲੱਗੀ, ਪਰ ਬੇਬੇ ਇਸ ਵੱਲੋਂ ਬੇਖਬਰ ਉਵੇਂ ਹੀ ਪਈ ਹੋਈ ਸੀ। ਮੈਂ ਮਾਸੀ ਨੂੰ ਕਿਹਾ, ਉੱਚੀ ਆਵਾਜ਼ ਮਾਰ, ਪਰ ਉਹ ਤੋਂ ਰੋਂਦੀ ਹੋਈ ਤੋਂ ਉੱਚੀ ਬੋਲਿਆ ਨਹੀਂ ਸੀ ਜਾ ਰਿਹਾ। ਫਿਰ ਮੈਂ ਉਹਨੂੰ ਬੇਬੇ ਦੇ ਸੱਜੇ ਖੜਾ ਕਰਤਾ ਤੇ ਆਪ ਉਹਦੇ ਸਿਰਹਾਣੇ ਕੋਲ ਬਹਿ ਗਿਆ। ਮੈਨੂੰ ਇਸ ਵੇਲੇ ਬੜਾ ਵੈਰਾਗ ਜਾਗਿਆ ਕਿ ਜਿਸ ਭੈਣ ਨੂੰ ਉਹ ਇੱਕ ਪਲ ਪਾਸੇ ਨਹੀਂ ਸੀ ਜਾਣ ਦਿੰਦੀ, ਹੁਣ ਉਹੀ ਭੈਣ ਬੇਵੱਸ ਹੋਈ ਖੜੀ ਹੈ। ਮੈਂ ਵੈਰਾਗੀ ਹੋਈ ਆਵਾਜ਼ 'ਚ ਉਹਦੇ ਕੰਨ ਨਾਲ ਮੂੰਹ ਲਾ ਕੇ ਉੱਚੀ ਦੇਣੇ ਕਿਹਾ, ਬੇਬੇ ਬੇਬੇ ਵੇਖ ਮਾਸੀ ਆਈ ਆ, ਤੇਰੀ ਭੈਣ ਆਈ ਹੈ। ਬੇਬੇ ਨੇ ਭੜਕ ਦੇਣੇ ਸਿਰ ਹਿਲਾਇਆ, ਜਿਵੇਂ ਡੂੰਘੀ ਨੀਂਦ 'ਚੋਂ ਜਾਗੀ ਹੋਵੇ। ਫਿਰ ਉਹਨੇ ਸੱਜੇ ਹੱਥ ਵੱਲ ਸਿਰ ਘੁਮਾਇਆ। ਸਾਹਮਣੇ ਆਪਣੀ ਭੈਣ ਨੂੰ ਵੇਖ ਕੇ ਉਹਦੀ ਸੱਜੀ ਅੱਖ ਲਾਲ ਹੋ ਗਈ, ਪਰ ਹੰਝੂ ਮਾਮੂਲੀ ਜਿਹਾ ਹੀ ਨਿਕਲਿਆ। ਸ਼ਾਇਦ ਹੰਝੂ ਖਤਮ ਹੋ ਚੁੱਕੇ ਸੀ। ਕੁਝ ਸੈਕਿੰਡ ਉਹ ਮਾਸੀ ਵੱਲ ਵੇਖਦੀ ਰਹੀ। ਮਾਸੀ ਨੇ ਗਾਂਹ ਹੋ ਕੇ ਉਹਦਾ ਹੱਥ ਫੜ ਲਿਆ। ਬੇਬੇ ਨੇ ਮਾਮੂਲੀ ਜਿਹੀ ਹੱਥ ਦੀ ਪਕੜ ਵੀ ਕੀਤੀ। ਫਿਰ ਤੋਂ ਉਹਨੇ ਸਿਰ ਘੁਮਾ ਲਿਆ ਤੇ ਸਾਹਮਣੇ ਦੇਖਣ ਲੱਗੀ। ਉਵੇਂ ਅੱਧ ਮਿਚੀਆਂ ਜਿਹੀਆਂ ਅੱਖਾਂ ਜਾਪਦਾ ਸੀ ਜਿਵੇਂ ਇੱਕੋ ਜਗ੍ਹਾ ਨਿਗਾਹ ਟਿਕੀ ਹੋਵੇ, ਪਰ ਅਸਲ 'ਚ ਉਸ ਵੇਲੇ ਉਹਦੀਆਂ ਅੱਖਾਂ ਬੰਦ ਸਨ। ਸਾਹ ਹੋਰ ਤੇਜ਼ ਹੋਣ ਲੱਗਿਆ। ਸਾਰਾ ਪਰਿਵਾਰ ਉਵੇਂ ਜਿਵੇਂ ਆਲੇ ਦੁਆਲੇ ਬੈਠਾ ਔੜ-ਪੌੜ ਕਰੀ ਜਾ ਰਿਹਾ ਸੀ। ਵਕਤ ਸੀ ਕਿ ਤੁਰ ਹੀ ਨਹੀਂ ਸੀ ਰਿਹਾ। ਆਖਰ ਕੋਈ 1 ਵਜੇ ਦੇ ਲਗਭਗ ਉਹਦਾ ਸਾਹ ਇੱਕਦਮ ਹੌਲੀ ਹੋਇਆ। ਸਾਰੇ ਹੈਰਾਨ ਹੁੰਦਿਆਂ ਉਹਦੇ ਕੋਲ ਨੂੰ ਹੋਏ। ਸਾਹ ਹੌਲੀ ਹੋ ਗਿਆ ਤੇ ਉਹਨੇ ਥੁੱਕ ਨਿਗਲਿਆ। ਉਹਦਾ ਖੱਬਾ ਹੱਥ ਵੀ ਹਿੱਲਿਆ। ਉਹਨੇ ਪੇਟ 'ਤੇ ਪਿਆ ਹੱਥ ਹਿਲਾ ਕੇ ਸਿੱਧਾ ਕਰ ਲਿਆ। ਫਿਰ ਉਹਨੇ ਅੱਖ ਪੁੱਟੀ। ਉਵੇਂ ਝਾਕੀ ਜਿਵੇਂ ਹੈਰਾਨ ਜਿਹੀ ਹੋਵੇ। ਉਹਨੇ ਸੱਜੇ ਹੱਥ ਵੱਲ ਵੇਖਿਆ ਜਿੱਥੇ ਕਿ ਮਾਸੀ ਬੈਠੀ ਸੀ। ਫਿਰ ਉਹ ਹੌਲੀ ਹੌਲੀ
ਖੱਬੇ ਵੱਲ ਨੂੰ ਨਜ਼ਰਾਂ ਘੁਮਾਉਣ ਲੱਗੀ। ਉਹਦੀਆਂ ਨਜ਼ਰਾਂ ਹਰ ਇੱਕ ਨੂੰ ਧਿਆਨ ਨਾਲ ਵੇਖ ਰਹੀਆਂ ਸਨ। ਉਹਨੇ ਪਲ ਭਰ ਹਰ ਇੱਕ ਨਾਲ ਅੱਖ ਮਿਲਾਈ। ਆਖਰ 'ਚ ਸਿਰ ਸਿੱਧਾ ਕਰ ਲਿਆ। ਉਹਦਾ ਸਾਹ ਤੇਜ਼ ਹੋਣ ਲੱਗਿਆ ਤੇ ਉਸੇ ਰਫ਼ਤਾਰ ਨਾਲ ਚੱਲਣ ਲੱਗਿਆ ਜਿੰਨੇ ਨਾਲ ਪਹਿਲਾਂ ਚੱਲ ਰਿਹਾ ਸੀ। ਬਸ ਇਹ ਕੁਝ ਕੁ ਸੈਕਿੰਡ ਦਾ ਖੜੋਤ ਜਿਹੀ ਆਈ ਸੀ, ਜਾਪਦਾ ਸੀ ਸਾਹ ਹੋਰ ਵੀ ਤੇਜ਼ ਹੋ ਗਿਆ ਹੋਵੇ। ਤੇਜ਼ ਨਬਜ਼, ਫੜਕ ਫੜਕ ਧੜਕਦਾ ਦਿਲ, ਤੇਜ਼ ਚੱਲ ਰਿਹਾ ਸਾਹ, ਜਾਪਦਾ ਜਿਵੇਂ ਕੋਈ ਮਸ਼ੀਨ ਚੱਲੀ ਜਾ ਰਹੀ ਹੋਵੇ। ਇਸ ਵੇਲੇ ਉਹਦਾ ਖੱਬਾ ਹੱਥ ਪੇਟ ਉੱਪਰ ਸੀ। ਇੱਕ ਲੱਤ ਸਿੱਧੀ ਸੀ, ਦੂਜਾ ਗੋਡਾ ਥੋੜ੍ਹਾ ਥੋੜ੍ਹਾ ਜਿਹਾ ਉਤਾਂਹ ਨੂੰ ਅਗਾਸਿਆ ਹੋਇਆ ਸੀ। 2 ਕੁ ਘੰਟੇ ਇਵੇਂ ਚੱਲਦਾ ਰਿਹਾ। ਫਿਰ ਉਹਦਾ ਸਾਹ ਇੱਕਦਮ ਬਹੁਤ ਹੀ ਤੇਜ਼ ਚੱਲਿਆ। ਆਖਰ ਉਹਨੇ ਇੱਕ ਲੰਬਾ ਸਾਹ ਲਿਆ ਤੇ ਹੌਲੀ ਹੌਲੀ ਸਾਹ ਬਾਹਰ ਕੱਢਿਆ। ਇਸ ਪਿੱਛੋਂ ਉਹਨੇ ਸਾਹ ਨਾ ਲਿਆ। ਮੈਂ ਨੇੜੇ ਨੂੰ ਹੁੰਦਿਆਂ ਉਹਦੀ ਨਬਜ਼ ਵੇਖੀ। ਨਬਜ਼ ਥਾਂ ਸਿਰ ਨਹੀਂ ਸੀ, ਉਹ ਉੱਪਰ ਨੂੰ ਚਲੀ ਗਈ ਸੀ। ਦਿਲ 'ਤੇ ਹੱਥ ਰੱਖਿਆ ਤੇ ਉੱਥੇ ਕੋਈ ਧੜਕਣ ਨਹੀਂ ਸੀ। ਫਿਰ ਉਹਦਾ ਪੇਟ 'ਤੇ ਰੱਖਿਆ ਹੱਥ ਆਪੇ ਤਿਲਕਦਾ ਜਿਹਾ ਪਾਸੇ ਹਟ ਗਿਆ। ਉਸ ਪਿੱਛੋਂ ਥੋੜ੍ਹਾ ਜਿਹਾ ਅਗਾਸੇ ਹੋਏ ਗੋਡੇ ਵਾਲੀ ਲੱਤ ਸਿੱਧੀ ਹੋ ਗਈ। ਚਿਹਰਾ ਇੱਕਦਮ ਤਣਾਅ ਮੁਕਤ ਹੋ ਗਿਆ। ਮੂੰਹ ਬੰਦ ਹੋ ਗਿਆ, ਪਰ ਅੱਖਾਂ ਪੂਰੀਆਂ ਖੁੱਲ੍ਹ ਗਈਆਂ, ਜਿਵੇਂ ਜ਼ੋਰ ਨਾਲ ਖੋਲ੍ਹੀਆਂ ਹੋਣ। ਮੈਂ ਅੱਖਾਂ ਦੀਆਂ ਪਲਕਾਂ ਨੂੰ ਦਬਾਉਂਦਿਆਂ ਅੱਖਾਂ ਬੰਦ ਕਰ ਦਿੱਤੀਆਂ ਤੇ ਕੁਝ ਸੈਕਿੰਡ ਉਹਦੀਆਂ ਪਲਕਾਂ ਉੱਪਰ ਦਬਾਅ ਬਣਾਈ ਰੱਖਿਆ। ਜਦੋਂ ਮੈਂ ਹੱਥ ਚੁੱਕਿਆ ਤਾਂ ਉਹਦੀਆਂ ਅੱਖਾਂ ਬੰਦ ਹੋ ਚੁੱਕੀਆਂ ਸਨ। ਮੈਂ ਸਾਹਮਣੇ ਪਰਿਵਾਰ ਵੱਲ ਵੇਖਿਆ। ਸਾਰੇ ਮੇਰੇ ਮੂੰਹੋਂ ਕੁਝ ਸੁਣਨ ਲਈ ਉਤਾਵਲੇ ਸਨ। ਮੈਂ ਬੇਬੇ ਦੀ ਟੇਢੀ ਜਿਹੀ ਬਾਂਹ ਠੀਕ ਕਰਕੇ ਨਾਲ ਲਾਉਂਦਿਆਂ ਕਿਹਾ, ਬੇਬੇ ਤਾਂ ਚਲੀ ਗਈ ਹੈ, ਸਦਾ ਲਈ ਚਲੀ ਗਈ ਹੈ। ਪਰਿਵਾਰ 'ਚ ਕੋਹਰਾਮ ਮੱਚ ਗਿਆ। ਰੋਣ ਧੋਣ ਸ਼ੁਰੂ ਹੋ ਗਿਆ। ਸਾਰੇ ਉੱਚੀ ਉੱਚੀ ਰੋਣ ਲੱਗੇ। ਸਾਰਾ ਪਰਿਵਾਰ ਵਿਰਲਾਪ ਕਰ ਰਿਹਾ ਸੀ, ਪਰ ਬੇਬੇ ਦਾ ਸਰੀਰ ਇਉਂ ਪਿਆ ਸੀ ਜਿਵੇਂ ਉਮਰਾਂ ਦੀ ਥੱਕੀ ਹੋਈ ਨੂੰ ਮਸਾਂ ਆਰਾਮ ਆਇਆ ਹੋਵੇ। ਇੱਕ ਪਾਸੇ ਪੱਖਾ ਚੱਲੀ ਜਾ ਰਿਹਾ ਸੀ। ਪੱਖੇ ਦੀ ਹਵਾ ਨਾਲ ਕੀਲੀ 'ਤੇ ਟੰਗਿਆ ਬੇਬੇ ਦਾ ਝੋਲਾ ਹਿੱਲੀ ਜਾ ਰਿਹਾ ਸੀ। ਇੱਕ ਪਾਸੇ ਟਾਈਮ ਪੀਸ ਕਲਿੱਕ ਕਲਿੱਕ ਕਰੀ ਜਾ ਰਿਹਾ ਸੀ। ਧੰਨਵਾਦ।